ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਮਨ ਤਨ ਰਤਾ ਸਚ ਰੰਗ। ਮਨ ਤਨ ਰਤਾ ਮਨ ਤਨ ਰਤਾ ਸਚ ਰੰਗ। ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ। ਮਨ ਤਨ ਰਤਾ ਸਚ ਰੰਗ। ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਵੇਖਿਆ ਰੰਗ ਉਡਾਵਿਆ ਦਿਸਨ ਸਭੇ ਸ਼ਾਰ। ਵੇਖਿਆ ਰੰਗ
ਵੇਖਿਆ ਰੰਗ ਕੂੜਾ ਵਿਆ ਦਿਸਨ ਸਭੇ ਸ਼ਾਰ ਵੇਖਿਆ ਰੰਗ ਕੂੜਾ ਵਿਆ ਦਿਸਨ ਸਭੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਪੀਵਣ ਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਮਿਲ ਸਾਧੂ ਮਿਲ ਸਾਧੂ ਮਿਲ ਸਾਧੂ ਪੀਵਣ ਹਾਰ ਮਿਲ ਸਾਧੂ ਪੀਵਣ ਹਾਰ ਮਿਲ ਸਾਧੂ ਮਿਲ ਸਾਧੂ ਮਿਲ ਸਾਧੂ ਮਿਲ ਸਾਧੂ ਪੀਵਣ ਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੈਨ ਪ੍ਰਭ ਸੰਗ ਮੌਲਿਆ ਵਾਣ ਤੈਨ ਪ੍ਰਭ ਸੰਗ ਵਾਣ ਤੈਨ ਪ੍ਰਭ ਸੰਗ ਮੌਲਿਆ ਸੰਗ ਮੋਲਿਆ ਵਣ ਤੈਨ ਪ੍ਰਭ ਸੰਗ ਮੌਲਿਆ ਪ੍ਰਭ ਸੰਗ ਮੋਲਿਆ
ਸਮਰਥ ਪੁਰਖ ਅਪਾਰ, ਸਮਰਥ ਪੁਰਖ ਅਪਾਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸੱਚ ਰੰਗ, ਮਨ ਤਨ ਰਤਾ ਸੱਚ ਰੰਗ। ਮਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕੋ ਨਾਮ ਹਾਂ ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਹਰ ਮਨ ਲੋਚਦਾ, ਹਰ ਮਿਲਣੇ ਨੋ ਮਨ ਲੋਚਦਾ, ਹਰ ਮਿਲਣੇ ਨੋ ਮਨ ਲੋਚਦਾ, ਮਨ ਲੋਚਦਾ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ।
ਮਨ ਲੋਚਦਾ ਕਰਮ ਮਿਲਾਵਣ ਹਾਰੇ ਕਰਮ ਹਰ ਮਿਲਣ ਨੂੰ ਮਨ ਲੋਚਦਾ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਮਨ ਲੋਚਦਾ ਕਰਮ ਮਿਲਾਵਣ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਾਧ ਬਲਿਹਾਰ ਜਿਨੀ ਸਖੀਏ ਰੱਬ ਪਾਇਆ ਹਉ ਤਿਨ ਕੈ ਸਾਧ ਬਲਿਹਾਰ ਪ੍ਰਭ ਪਾਇਆ ਜਿਨੀ ਸਖੀਏ ਜਿਨੀ ਸਖੀਏ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਹਉ ਤਿਨ ਕੈ ਸਦ ਬਲਿਹਾਰ ਜਿਨੀ ਸਖੀਏ ਜਿਨੀ ਸਖੀਏ ਸਖੀਏ ਪ੍ਰਭ ਪਾਇਆ ਤਿਨ ਕੈ ਸਦ ਬਲਿਹਾਰ ਸਦਾ ਨਿਦਾ ਨੀ ਨਿਦਾ ਬ ਸਦਾ ਨਿਦਾ ਨੀ ਨਿਦਾ ਬ ਮ ਬ ਗ ਮ ਬ ਨੀ ਪ ਨੀ ਸਾ ਰੇ ਗ ਰੇ ਗ ਸਾ ਰੇ ਪਾ ਗ ਰੇ ਰੇ ਸਾ ਸਾ ਨੀ ਸਾ ਨੀ ਦਾ ਨੀ ਪ ਦ ਮ ਪ ਨੀ ਦਾ ਨੀ ਸਾ ਰੇ ਨੀ ਸਾ ਸਦਾ ਨੀ ਦਾ ਦਾ 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 ਨੀ ਦਾ ਨੀ ਦਾ ਰੇ ਰੇ za ਨੀ za ਰੇ ਨੀ ਦਾ ਰੇ ਰੇ za ਨੀ za ਰੇ ਨੀ za sa sa pa ga ma re sa ga ma ba sa ni ni pa ma ba ga ma ga sa ga re pa re ni da ni sa ni sa ni sa re sa ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਹਰ ਮਿਲਣੇ ਨੂੰ ਕਰਮ ਮਿਲਾਵਣ ਜਿਨੀ ਸਖੀਏ ਪ੍ਰਭ ਪਾਇਆ ਜਿਨੀ ਸਖੀਏ ਪ੍ਰਭ ਪਾਇਆ ਜਿਨੀ ਸਖੀਏ ਪ੍ਰਭ ਪਾਇਆ ਸਖੀਏ ਪ੍ਰਭ ਪਾਇਆ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਾਧ ਬਲਿਹਾਰ
ਤਿਨ ਕੈ ਸਦ ਬਲਿਹਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੇ ਮਨ ਤਨ ਰਤਾ ਸੱਚ ਰੰਗ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੇ ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰਿ ਜੀ ਨਾਨਕ ਹਰਿ ਜੀ ਮਇਆ ਕਰ ਮਇਆ ਹਰਿ ਜੀ ਮਇਆ ਕਰ ਨਾਨਕ ਹਰਿ ਜੀ ਮਇਆ ਕਰ ਮਇਆ ਕਰ ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਨਾਨਕ ਹਰਿ ਜੀ ਮਾਇਆ ਕਰ ਨਾਨਕ ਹਰਿ ਜੀ ਮਾਇਆ ਕਰ ਨਾਨਕ ਹਰਿ ਜੀ ਮਾਇਆ ਕਰ ਹਰਿ ਜੀ ਮਾਇਆ ਕਰ ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰਿ ਜੀ ਮਇਆ ਕਰ ਮਇਆ ਕਰ ਵਾਹ ਹਰਿ ਜੀ
ਸਵਾਰਨ ਹਾਰ ਸ਼ਬਦ ਸਵਾਰਨ ਹਾਰ ਸ਼ਬਦ ਸਵਾਰਨ ਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰ ਜੀ ਮਾਇਆ ਕਰ ਹਰ ਜੀ ਮਾਇਆ ਕਰ ਨਾਨਕ ਹਰ ਜੀ ਨਾਨਕ ਹਰ ਜੀ ਮਾਇਆ ਕਰ ਮਾਇਆ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰ ਜੀ ਮਾਇਆ ਕਰ ਮਾਇਆ ਮਾਇਆ ਕਰ ਨਾਨਕ ਹਰ ਜੀ ਮਾਇਆ ਕਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਣ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਣ 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 ਦਿਨਾ ਸੁਹਾਗਣੀ 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 ਸਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ
pa 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 ni da ni sa ni da ni pa 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 ni pa pa ni pa pa de ga ma de ni sa ni da ni ma pa da ma pa ni da ni sa ni da ni sa sa ni da ni sa ਸਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਣ ਦਿਨਾ ਸਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਣ ਦਿਨਾ ਸੁਹਾਗਣੀ ਸਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਜਿਨ ਰਾਮ ਨਾਮ ਔਰ ਹਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਸਰਸੀ ਕਾਮਣੀ ਚਰਨ ਕਮਲ ਸੋ ਪਿਆਰੇ ਮਨ ਤਨ ਰਤਾ ਸੱਚ ਰੰਗ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਚਰਨ ਪਿਆਰ ਸਾਵਣ ਸਰਸੀ ਕਾਮਣੀ ਸਾਵਣ ਸਰਸੀ ਕਮਲ ਸੋ ਕਾਮਣੀ ਸਾਵਣ ਸਰਸੀ ਕਾਮਣੀ ਸਾਵਣ ਸਰਸੀ ਕਾਮਣੀ ਸਾਵਣ ਸਰਸੀ ਸਾਵਣ ਚਰਨ ਸਰਸੀ ਕਮਲ ਸੋ ਕਾਮਣੀ ਪਿਆਰ ਸਾਵਣ ਸਰਸੀ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਚਰਨ ਕਮਲ ਸੋ ਪਿਆਰ ਚਰਨ ਕਮਲ ਸੋ ਪਿਆਰ ਤਨ ਤਨ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਇਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੰਗਤ ਜੀ, ਸ਼ਬਦ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ, ਭਾਈ ਅਮਨਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ, ਸਵੇਰੇ ਅੰਮ੍ਰਿਤ ਵੇਲੇ ਇਹਨਾਂ ਦੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਜੀ ਦੀ ਵਾਰ ਦੀ ਹਾਜ਼ਰੀ ਹੈ। ਤੇ ਤੁਹਾਨੂੰ ਪਤਾ ਕਿੱਡੀ ਵੱਡੀ ਡਿਊਟੀ ਆਸਾ ਜੀ ਦੀ ਵਾਰ ਦੀ। ਜਿਸ ਰਾਗੀ ਸਿੰਘ ਦੀ ਹਰਿਮੰਦਰ ਸਾਹਿਬ ਆਸਾ ਜੀ ਦੀ ਵਾਰ ਦੀ ਹਾਜ਼ਰੀ ਹੋਵੇ, ਉਹਨੂੰ ਬਹੁਤ ਫਿਕਰ ਕਰਨਾ ਪੈਂਦਾ ਤੇ ਬੜਾ ਧਿਆਨ ਦੇਣਾ ਪੈਂਦਾ ਹੈ। ਇੱਕ ਤਾਂ ਬੜਾ ਸਵਖਤੇ ਉੱਠ ਕੇ ਜਾਣਾ ਹੈ, ਇੱਕ ਸਾਰੀ ਦੁਨੀਆ ਦੇ ਵਿੱਚ ਲੱਖਾਂ ਹੀ ਗੁਰੂ ਕੇ ਪਿਆਰਿਆਂ ਸਿੱਖ ਸੰਗਤਾਂ ਨੇ ਸਰਵਣ ਕਰਨਾ ਹੈ। ਇਸ ਵਾਸਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਤੁਸੀਂ ਘਰ ਜਾਓ, ਟਾਈਮ ਨਾਲ ਆਰਾਮ ਕਰੋ, ਪਰ ਇਹਨਾਂ ਨੇ ਬਹੁਤ ਹੀ ਪਿਆਰ ਦਾ ਸਬੂਤ ਦਿੱਤਾ। ਕਹਿਣ ਲੱਗੇ ਨਹੀਂ, ਮੈਂ ਹਾਜ਼ਰੀ ਲਵਾ ਕੇ ਹੀ ਜਾਣਾ ਹੈ। ਪਰ ਸਾਡਾ ਵੀ ਫਰਜ਼ ਬਣਦਾ ਇਸ ਗੱਲ ਦਾ ਧਿਆਨ ਰੱਖੀਏ, ਖਿਆਲ ਰੱਖੀਏ, ਇੱਥੇ ਅਜੇ ਆਪਾਂ ਨੂੰ ਸਮਾਂ ਹੋਰ ਲੱਗਣਾ ਹੈ। ਸੋ ਭਾਈ ਸਾਹਿਬ ਨੂੰ ਸਾਰੀ ਸੰਗਤ ਅਸੀਸ ਦਿਓ, ਮਹਾਰਾਜ ਇਹਨਾਂ ਨੂੰ ਹੋਰ ਕੀਰਤਨ ਕਰਨ ਦਾ ਬਹੁਤ ਬਹੁਤ ਪਿਆਰ ਬਖਸ਼ਣ, ਰਸ ਬਖਸ਼ਣ। ਅੱਗੇ ਸੰਗਤ ਇਹਨਾਂ ਨਾਲ ਬਹੁਤ ਪਿਆਰ ਕਰਦੀ, ਬੜੀ ਬੜੀ ਦੂਰ ਤੱਕ ਸੰਗਤਾਂ ਦੇ ਸੱਦੇ ਪੱਤਰ ਆਉਂਦੇ ਨੇ। ਗੁਰੂ ਮਹਾਰਾਜ ਦੀ ਕਿਰਪਾ ਹੈ, ਮਹਾਂਪੁਰਖਾਂ ਦੀ ਸੰਗਤ ਜੀਵਨ ਵਿੱਚ ਮਿਲੀ। ਮਹਾਂਪੁਰਖਾਂ ਦੀ ਸੰਗਤ ਬੰਦੇ ਦੇ ਹਿਰਦੇ ਵਿੱਚ ਰਸ ਬਣਾ ਦਿੰਦੀ ਹੈ ਜੀ, ਪਿਆਰ, ਨਿਮਰਤਾ, ਸ਼ਰਧਾ ਬਣਾ ਦਿੰਦੀ ਹੈ। ਬਾਬਾ ਜੀ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੇ ਮਹਾਨ ਮਹਾਂਪੁਰਖ, ਤਿਨਾਂ ਦੀ ਸੰਗਤ ਵਿੱਚ ਰਹਿ ਕੇ ਇਹਨਾਂ ਨੇ ਗੁਰਮਤਿ ਵਿਦਿਆ ਪ੍ਰਾਪਤ ਕੀਤੀ। ਉਹ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ, ਉਹਦਾ ਰਸ ਹੈ ਇਹਦੇ ਵਿੱਚ। ਗੁਰੂ ਮਹਾਰਾਜ ਦੀ ਕਿਰਪਾ ਹੈ, ਮਿਹਰ ਹੈ। ਸਮਾਂ ਵੀ ਇਹਨਾਂ ਨੇ ਬਹੁਤਾ ਹੀ ਥੋੜ੍ਹਾ ਲਾਇਆ, ਮੇਰਾ ਖਿਆਲ 5 ਮਿੰਟ ਹੀ ਹਾਜ਼ਰੀ ਭਰੀ ਤੁਹਾਡੀ। ਮਹਾਰਾਜ ਕਿਰਪਾ ਕਰਨ, ਸਾਰੀ ਸੰਗਤ ਇਹਨਾਂ ਨੂੰ ਅਸੀਸ ਦਿਓ। ਗੁਰੂ ਮਹਾਰਾਜ ਦੀ ਗੁਰਬਾਣੀ ਦਾ ਕੀਰਤਨ ਕਰਕੇ ਆਪ ਤੇ ਆਨੰਦ ਮਾਣਨਾ ਹੀ ਆ, ਸੰਗਤਾਂ ਦੇ ਕੋਲੋਂ ਵੀ ਖੁਸ਼ੀਆਂ ਪ੍ਰਾਪਤ ਕਰਨ। ਸੋ ਭਾਈ ਸਾਹਿਬ ਨੂੰ ਬੇਨਤੀ ਸਾਡੇ ਸਾਰਿਆਂ ਵੱਲੋਂ ਹੀ ਕਿ ਹੁਣ ਤੁਸੀਂ ਘਰ ਚੱਲੋ, ਕੁਝ ਸਮਾਂ ਆਰਾਮ ਕਰੋ, ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਨੂੰ ਕੀਰਤਨ ਸੁਣਾ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ। ਮਹਾਰਾਜ ਚੜ੍ਹਦੀ ਕਲਾ ਰੱਖਣ, ਚੜ੍ਹਦੀ ਕਲਾ ਰੱਖਣ ਸੱਚੇ ਪਾਤਸ਼ਾਹ। ਸਾਡੇ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਹਾਜ਼ਰੀ ਭਰੀ, ਬੜੀ ਮਿਹਨਤ ਕੀਤੀ ਇਹਨਾਂ ਨੇ ਸੰਗੀਤ ਦੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਮਿਹਰ ਕੀਤੀ, ਆਪਣੇ ਚਰਨਾਂ ਵਿੱਚ ਇਹਨਾਂ ਨੂੰ ਵੀ ਥਾਂ ਬਖਸ਼ਿਆ। ਹੁਣ ਕੀਰਤਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੜੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਇਹਨਾਂ ਨੇ ਸ਼ਬਦ ਗਾਇਆ ਦਾਸ ਤੋਂ ਪਹਿਲਾਂ, ਮਿੱਠੇ ਹਰ ਗੁਣ ਗਾਓ ਜਿੰਦੂ ਤੋਂ, ਮਿੱਠੇ ਹਰ ਗੁਣ ਗਾਓ। ਇਹ 2 ਰਾਗਾਂ ਵਿੱਚ ਮਹਾਰਾਜ ਨੇ ਸ਼ਬਦ ਉਚਾਰਿਆ ਹੈ ਤੇ ਬੜੇ ਪਿਆਰ ਨਾਲ ਇਹਨਾਂ ਨੇ ਦੋਵਾਂ ਰਾਗਾਂ ਦੇ ਵਿੱਚ ਇਹ ਸ਼ਬਦ ਪ੍ਰੇਮ ਦੇ ਨਾਲ ਤੁਹਾਨੂੰ ਸੰਗਤ ਨੂੰ ਸਰਵਣ ਕਰਾਇਆ ਹੈ। ਸਿਆਣੇ ਕੀਰਤਨੀਏ ਹਨ, ਗੁਰੂ ਮਹਾਰਾਜ ਇਹਨਾਂ 'ਤੇ ਵੀ ਕਿਰਪਾ ਕਰਨ। ਉਸਤਾਦ ਕੀਰਤਨੀਏ ਭਾਈ ਤੇਜਿੰਦਰ ਸਿੰਘ ਜੀ ਖਾਲਸਾ ਕਾਲਜ, ਜੋ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੀਰਤਨ ਦੀ ਸਿਖਲਾਈ ਦਿੰਦੇ ਨੇ, ਰਾਗ ਵਿਦਿਆ ਸਿਖਾਉਂਦੇ ਨੇ, ਉਹਨਾਂ ਨੇ ਹਾਜ਼ਰੀ ਭਰੀ। ਸਤਿਕਾਰਯੋਗ ਬੀਬਾ ਪ੍ਰਭਜੋਤ ਕੌਰ ਜੀ, ਉਹ ਵੀ ਉਸਤਾਦ ਕੀਰਤਨੀਏ ਹਨ। ਮਹਾਰਾਜ ਨੇ ਬੜਾ ਗੁਣ ਬਖਸ਼ਿਆ ਉਹਨਾਂ ਨੂੰ, ਰਾਗਾਂ ਵਿੱਚ, ਪੜਤਾਲਾਂ ਵਿੱਚ ਗਾਇਨ ਕਰਦੇ ਨੇ, ਸੰਗਤ ਦੀ ਖੁਸ਼ੀ ਪ੍ਰਾਪਤ ਕਰਦੇ ਨੇ, ਸਿਖਾਉਂਦੇ ਵੀ ਨੇ ਬੜੇ ਬੱਚਿਆਂ ਨੂੰ। ਸੋ ਬੇਅੰਤ ਕੀਰਤਨੀਏ ਭਾਈ ਦਵਿੰਦਰ ਸਿੰਘ ਜੀ ਨਿਰਮਾਨ ਜੀ ਮੇਰੇ ਕੋਲ ਬੈਠੇ ਨੇ। ਬੜੀ ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦੀ ਮਿਹਰ ਹੈ, ਬਖਸ਼ਿਸ਼ ਹੈ। ਇਹਨਾਂ ਦੇ ਪਿਤਾ ਜੀ ਕੀਰਤਨੀ, ਆਪ ਕੀਰਤਨੀ, ਅੱਗੇ ਬੱਚੇ ਵੀ ਕੀਰਤਨੀਏ ਜੀ। ਇਹ ਵੀ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਹੀ ਦਾਤ ਮਿਲਦੀ ਹੈ। ਸਤਿਗੁਰ ਬਖਸ਼ਿਸ਼ ਕਰਨ। ਹੁਣ ਆਪਣਾ ਧਿਆਨ ਸ਼ਬਦ ਵਿੱਚ ਜੋੜੋ। ਜਿਹੜਾ ਸ਼ਬਦ ਆਪਾਂ ਪੜ੍ਹਿਆ, ਥੋੜ੍ਹੇ ਮਿੰਟ ਇਸ ਸ਼ਬਦ ਦੀ ਵਿਚਾਰ ਕਰੀਏ। ਮੈਂ ਕੋਈ ਗੁਣੀ ਗਿਆਨੀ ਨਹੀਂ, ਨਾ ਮੈਂ ਕੋਈ ਰਾਗੀ ਹਾਂ, ਨਾ ਮੈਂ ਕੋਈ ਕਥਾਵਾਚਕੀ ਹਾਂ। ਤੁਸੀਂ ਮੈਨੂੰ ਗਰੀਬ ਨੂੰ ਸੇਵਾ ਬਖਸ਼ੀ ਹੈ ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹਾਜ਼ਰੀ ਲਵਾ ਲਈਦੀ ਆ। ਬੜੇ ਸਾਲਾਂ ਤੋਂ ਪਹਿਲਾਂ ਜਦੋਂ ਇੱਥੇ ਕੀਰਤਨ ਸਮਾਗਮ ਮਹਾਰਾਜ ਦੀ ਕਿਰਪਾ ਨਾਲ ਆਰੰਭ ਹੋਇਆ, ਅਤੇ ਆਰੰਭ ਤੋਂ ਹੀ ਇੱਥੇ ਸੰਗਤਾਂ ਦੀ ਬੜੀ ਸੋਹਣੀ ਇਕੱਤਰਤਾ ਹੁੰਦੀ ਰਹੀ ਜੀ। ਬੇਅੰਤ ਸੰਗਤਾਂ ਨੇ ਆਉਣਾ। ਸਹਿਜੇ ਸਹਿਜੇ ਰਾਗੀ ਜਥੇ ਮਹਾਰਾਜ ਦੀ ਬਖਸ਼ਿਸ਼ ਨਾਲ ਵਧੇ। ਅਤੇ ਮੇਰੇ ਮਨ ਦੀ ਭਾਵਨਾ ਇਹ ਰਾਗੀ ਜਥੇ ਬਿਨਾਂ ਮਾਇਆ ਲੈਣ ਤੋਂ ਆਉਂਦੇ ਨੇ ਅਤੇ ਬਿਨਾਂ ਸੱਦੇ ਤੋਂ ਆਉਂਦੇ ਨੇ ਜੀ।
ਪੱਲਿਓਂ ਖਰਚਾ ਕਰਕੇ ਆਉਂਦੇ ਨੇ। ਰਾਤ ਦਾ ਸਮਾਂ ਹੈ, ਇਹ ਸਤਿਗੁਰ ਦੀ ਕਿਰਪਾ ਦੇ ਨਾਲ ਆਉਂਦੇ ਨੇ। ਗੁਰੂ ਸਾਹਿਬ ਇਹਨਾਂ ਨੂੰ ਪ੍ਰੇਰਦੇ, ਇਹ ਤਾਂ ਆਉਂਦੇ ਨੇ ਜੀ। ਅਤੇ ਮੈਂ ਰਾਗੀ ਸਿੰਘਾਂ ਦੇ ਸਮੇਂ ਵਿੱਚ ਆਪਣਾ ਦਖਲ ਨਹੀਂ ਦੇਣਾ। ਪਹਿਲਾਂ ਸਾਰੇ ਕਿਹੜੀ ਬੀਬੀ ਜੀ ਦਾ ਬੱਚਾ ਰੋਂਦਾ ਹੈ? ਬੀਬੀ ਜੀ ਸਾਡੇ ਹੱਥ ਜੜਵਾ ਲਓ। ਆ ਵੇਖੋ, ਆ ਜਾਓ ਇਹਨਾਂ ਅੱਗੇ ਮਿਹਨਤ ਤਰਲਾ ਕਰੋ, ਇਹਨਾਂ ਨੂੰ ਆਖੋ ਬਾਹਰ ਲੈ ਜਾਣ। ਬੱਚੇ ਤੁਹਾਡੇ ਜੀਂਦੇ ਰਹਿਣ, ਵੱਡੀ ਉਮਰ ਹੋਵੇ ਬੱਚਿਆਂ ਦੀ। ਬੱਚਿਆਂ ਵਾਲੀ ਬੀਬੀ ਸਾਡੇ 'ਤੇ ਕਿਰਪਾ ਕਰਿਆ ਕਰੋ ਅਤੇ ਪਿੱਛੇ ਬੈਠਿਆ ਕਰੋ। ਹੈ ਕਿੱਡਾ ਸੋਹਣਾ ਰੰਗ ਨੰਦ ਬਣਿਆ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ। ਇੱਕ ਟੈਲੀਫੋਨ ਨਹੀਂ ਇੱਥੇ ਕਿਸੇ ਦਾ ਚੱਲਣਾ ਚਾਹੀਦਾ। ਇੱਕ ਰੌਲੇ ਰੱਪੇ ਵਾਲੇ, ਤੁਹਾਨੂੰ ਰੱਬ ਰਾਜੀ ਰੱਖਿਆ, ਆਪਣੇ ਘਰੇ ਹੀ ਭਜਨ ਕਰਿਆ ਕਰੋ। ਅੱਜ ਕੱਲ੍ਹ ਤੇ ਆ ਸਿੰਘਾਂ ਨੇ ਬੜਾ ਸੋਹਣਾ ਉਦਮ ਕੀਤਾ, ਚਲਾ ਦਿੰਦੇ ਨੇ, ਘਰ ਬੈਠ ਕੇ ਸੁਣ ਲਓ। ਜਿਹਦੇ ਕੋਲ ਨਹੀਂ ਸਮਾਂ ਹੈਗਾ, ਇੱਥੇ ਤੇ ਉਹ ਹੀ ਆਓ ਜਿਹਨੇ ਇਕਾਂਤ ਵਿੱਚ ਬੈਠਣਾ ਤੇ ਜੁੜ ਕੇ ਬੈਠਣਾ ਹੈ। ਹਾਂਜੀ, ਜੁੜੀ ਹੋਈ ਸੰਗਤ ਦੀ ਸੁਰਤ ਤੋੜਨ ਦੇ ਨਾਲ ਪਾਪ ਲੱਗਦਾ ਜੀ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ। ਫਿਰ ਆਖੋ ਸਾਰੇ, ਇਹ ਬੜਾ ਬਰੀਕ ਮਾਰਗ ਹੈ, ਸੁਰਤ ਦਾ ਮਾਰਗ। ਉਹ ਗੱਲ ਹੀ ਜਿਹੜੀ ਵਿਸਰ ਜਾਂਦੀ ਜੀ ਰੌਲੇ ਰੱਪੇ ਦੇ ਵਿੱਚ ਜੀ। ਸੋ ਸਾਰੀ ਸੰਗਤ ਬੜੇ ਪ੍ਰੇਮ ਨਾਲ ਸਾਵਧਾਨ ਹੋ ਕੇ ਸਰਵਣ ਕਰੋ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਰਸੀ ਦਾ ਅਰਥ ਹੈ ਪ੍ਰਸੰਨ ਰਹਿਣ ਵਾਲੀ, ਸਰਸ਼ਾਰ ਹੋਈ, ਆਨੰਦ ਵਿੱਚ ਰਹਿਣ ਵਾਲੀ। ਪਹਿਲਾਂ ਬਾਹਰੀ ਤੌਰ 'ਤੇ ਆਪ ਜੀ ਸਮਝੋ। ਕਾਮਣੀ ਦਾ ਅਰਥ ਇਸਤਰੀ। ਉਹ ਇਸਤਰੀ ਆਪਣੇ ਘਰ ਦੇ ਵਿੱਚ ਹਮੇਸ਼ਾ ਹੀ ਪ੍ਰਸੰਨ ਰਹਿੰਦੀ ਹੈ, ਖੁਸ਼ ਰਹਿੰਦੀ ਹੈ, ਆਨੰਦ ਵਿੱਚ ਰਹਿੰਦੀ ਹੈ, ਜਿਹਦੇ ਕੋਲ ਨਿਮਰਤਾ ਹੈ, ਜਿਹਦਾ ਚਿੱਤ ਨਰਮ ਹੈ ਅਤੇ ਜਿਹਦੇ ਅੰਦਰ ਪਿਆਰ ਹੈ। ਇਹ ਤਿੰਨ ਚੀਜ਼ਾਂ ਜਿਸ ਇਸਤਰੀ ਦੇ ਕੋਲ ਆਪਣੇ ਘਰ ਵਿੱਚ ਖੁਸ਼ ਰਹੇਗੀ, ਪ੍ਰਸੰਨ ਰਹੇਗੀ ਜੀ। ਅਤੇ ਜਿਹੜੀ ਹਰ ਵੇਲੇ ਆਕੜ ਦੇ ਨਾਲ ਭਰੀ ਰਹਿੰਦੀ ਹੈ ਜੀ। ਪਿੱਛੇ ਦਾ ਹੰਕਾਰ ਰੱਖਣਾ, ਆਪਣੀ ਪੜ੍ਹਾਈ ਦਾ ਹੰਕਾਰ ਕਰਨਾ, ਆਪਣੇ ਰੰਗ ਰੂਪ ਦਾ ਹੰਕਾਰ ਕਰਨਾ। ਹਾਂਜੀ, ਅਤੇ ਚਿੱਤ ਜਿਹਦਾ ਕਠੋਰ ਹੈ, ਬੜਾ ਸਖਤ ਦਿਲ ਹੈ ਜਿਹਦਾ, ਅਤੇ ਅੰਦਰ ਕੋਈ ਪਿਆਰ ਭਾਵਨਾ ਨਹੀਂ, ਸੇਵਾ ਭਾਵ ਨਹੀਂ ਹੈਗਾ, ਉਸ ਇਸਤਰੀ ਨੂੰ ਕਦੇ ਵੀ ਖੁਸ਼ੀ ਨਹੀਂ ਪ੍ਰਾਪਤ ਹੋ ਸਕਦੀ ਜੀ। ਹਮੇਸ਼ਾ ਬਦਸੀਸਾਂ ਲਏਗੀ, ਆਪ ਦੁਖੀ ਰਹੇਗੀ ਅਤੇ ਦੂਜਿਆਂ ਨੂੰ ਦੁੱਖ ਦੇਵੇਗੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਨਿਮਰਤਾ ਵਾਲੇ ਸੁਭਾਅ ਵਾਲੀ ਇਸਤਰੀ ਅਸੀਸਾਂ ਲੈਂਦੀ ਹੈ, ਖੁਸ਼ੀਆਂ ਲੈਂਦੀ ਹੈ, ਪ੍ਰਸੰਨਤਾ ਪ੍ਰਾਪਤ ਕਰਦੀ ਹੈ, ਜਿਹਦਾ ਚਿੱਤ ਨਰਮ ਹੈ, ਕਿਸੇ ਦਾ ਦਿਲ ਨਹੀਂ ਦਿਖਾਉਂਦੀ, ਕਿਸੇ ਨੂੰ ਰੁੱਖਾ ਨਹੀਂ ਬੋਲਦੀ, ਪੁੱਠਾ ਨਹੀਂ ਬੋਲਦੀ, ਕਿਸੇ ਦਾ ਨਿਰਾਦਰ ਨਹੀਂ ਕਰਦੀ, ਥਾਂ ਪਰ ਥਾਂ ਹਰ ਇੱਕ ਦਾ ਸਨਮਾਨ ਕਰਦੀ ਹੈ, ਉਹ ਹਮੇਸ਼ਾ ਹੀ ਪ੍ਰਸੰਨਤਾ ਪ੍ਰਾਪਤ ਕਰਦੀ ਜੀ, ਖੁਸ਼ੀ ਲੈਂਦੀ ਜੀ। ਪਿਆਰ, ਪਿਆਰ ਦਾ ਅਰਥ ਪਤਾ ਕੀ ਆ? ਪਿਆਰ ਦਾ ਅਰਥ ਹੈ ਆਪਾ ਭਾਵ ਨੂੰ ਗਵਾ ਕੇ ਆਪਣੇ ਆਪ ਨੂੰ ਵਾਰ ਹੀ ਦੇਣਾ ਜੀ। ਅਗਰ ਵਾਰ ਹੀ ਦੇਣਾ ਆਪਣੇ ਆਪ ਨੂੰ ਜੀ, ਕੁਝ ਲੁਕੋ ਕੇ ਨਹੀਂ ਰੱਖਣਾ ਜੀ, ਕੁਝ ਨਹੀਂ ਲੁਕੋ ਕੇ ਰੱਖਣਾ, ਸਭ ਕੁਝ ਵਾਰ ਦੇਣਾ ਜੀ। ਵੇਖੋ ਜਦੋਂ ਸ਼ਾਦੀ ਹੁੰਦੀ ਹੈ ਅਤੇ ਸਾਰਾ ਕੁਝ ਪਿੱਛੇ ਛੱਡ ਕੇ ਆਉਣਾ, ਮਾਂ ਬਾਪ ਛੱਡਣੇ, ਭੈਣ ਭਰਾ ਛੱਡਣੇ, ਆਪਣੇ ਘਰ ਦਾ ਸੁੱਖ ਛੱਡਣਾ, ਆਪਣੀ ਆਜ਼ਾਦੀ ਛੱਡਣੀ। ਹਾਂਜੀ, ਹਰ ਤਰ੍ਹਾਂ ਕਰਕੇ ਆਪਣੇ ਆਪ ਨੂੰ ਸਮਰਪਿਤ ਕਰਨਾ ਜੀ। ਥਾਂ ਪਰ ਥਾਂ ਆਦਰ ਮਾਨ ਕਰਨਾ, ਸਤਿਕਾਰ ਕਰਨਾ, ਆਪਣੀ ਡਿਊਟੀ ਨਿਭਾਉਣੀ ਆ, ਉਹਨੂੰ ਅਸੀਸਾਂ ਮਿਲਣੀਆਂ ਹੀ ਮਿਲਣੀਆਂ ਨੇ ਜੀ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਨਿਮਰਤਾ ਦੇ ਵਿੱਚ ਰਹਿ ਕੇ ਉਹ ਅਸੀਸਾਂ ਪ੍ਰਾਪਤ ਕਰਦੀ ਹੈ, ਇਸੇ ਤਰ੍ਹਾਂ ਬੰਦੇ ਦੀ ਜੀਵ ਆਤਮਾ, ਮਨੁੱਖ ਦੀ ਜੀਵ ਆਤਮਾ ਜੋ ਨਿਮਰਤਾ ਧਾਰਨ ਕਰੇਗੀ, ਜੋ ਆਪਣੇ ਆਪ ਨੂੰ ਮਿਹਨਤ ਕਰਕੇ, ਜਪ ਤਪ ਕਰਕੇ, ਸੇਵਾ ਕਰਕੇ ਨਰਮ ਕਰੇਗੀ, ਜਿਹੜੀ ਆਤਮਾ, ਜਿਹੜੀ ਰੂਹ, ਜਿਹੜੀ ਜਿੰਦ ਆਪਣੇ ਆਪ ਨੂੰ ਨਰਮ ਕਰੇਗੀ ਨਾ ਜੀ, ਅਤੇ ਆਪਣੇ ਗੁਰੂ ਤੋਂ ਸਭ ਕੁਝ ਜਿਹੜੀ ਵਾਰ ਦੇਵੇਗੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਜਿੰਦ ਸਦਾ ਹੀ ਖੁਸ਼ ਰਹੇਗੀ ਅਤੇ ਪ੍ਰਸੰਨ ਰਹੇਗੀ। ਉਹ ਸਦਾ ਹੀ ਪ੍ਰਸੰਨਤਾ ਮਾਣੇਗੀ, ਖੁਸ਼ੀਆਂ ਮਾਣੇਗੀ। ਜਿਨ੍ਹਾਂ ਗੁਰੂ ਦੇ ਸਿੱਖਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨਿਮਰਤਾ ਦੇ ਨਾਲ ਸੇਵਾ ਕੀਤੀ ਅਤੇ ਬਹੁਤ ਨਿਮਾਣੇ ਹੋ ਕੇ, ਬਹੁਤ ਪ੍ਰੇਮ ਦੇ ਨਾਲ, ਬੜੀ ਸ਼ਰਧਾ ਨਾਲ ਸੇਵਾ ਕੀਤੀ, ਸਭ ਕੁਝ ਸਤਿਗੁਰ ਤੋਂ ਵਾਰ ਦਿੱਤਾ, ਸਤਿਗੁਰ ਦੀਆਂ ਖੁਸ਼ੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ।
ਉਹ ਖੁਸ਼ੀਆਂ ਜੁਗੋ ਜੁਗ ਅੱਗੇ ਉਹਨਾਂ ਨੂੰ ਮੰਨਣ ਵਾਲਿਆਂ ਨੂੰ ਪ੍ਰਾਪਤ ਹੋਣ ਰਹੀਆਂ ਜੀ। ਉਹਨਾਂ ਦੇ ਖਾਨਦਾਨਾਂ ਵਿੱਚ ਵਰਤ ਰਹੀਆਂ ਜੀ, ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ, ਨੀਵੇਂ ਹੋ ਕੇ ਸੇਵਾ ਕੀਤੀ। ਇਸ ਲਈ ਮਾਰੇ ਕਹਿੰਦੇ ਨਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਤਤ ਗੁਣਾਂ ਤੇ ਚੰਗਿਆਈਆਂ ਦਾ ਨਿਚੋੜ ਹੈ ਬੰਦੇ ਦੇ ਅੰਦਰ ਮਿਠਾਸ ਭਾਵ ਨਰਮਪਣਾ ਆ ਜਾਵੇ, ਕਠੋਰਪਣਾ ਨਾ ਰਵੇ। ਸਤਿਗੁਰੂ ਜੀ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ। ਆਪਾਂ ਬੜੇ ਮਾਣ ਨਾਲ ਕਹਿੰਦੇ ਆ, ਅਸੀਂ ਨਹੀਂ ਜੀ ਕਿਸੇ ਦਾ ਲਿਹਾਜ਼ ਕਰਦੇ, ਅਸੀਂ ਤਾਂ ਸੱਚੀ ਗੱਲ ਅਗਲੇ ਦੇ ਮੂੰਹ ਤੇ ਮਾਰਦੇ ਹਾਂ। ਹਾਂਜੀ, ਮੇਰੇ ਕੋਲ ਇੱਕ ਦਿਨ ਇੱਕ ਗਿਆਨੀ ਜੀ ਬੈਠੇ, ਉਹ ਕਹਿੰਦਾ ਜੀ ਮੈਂ ਨਹੀਂ ਕਿਸੇ ਦਾ ਲਿਹਾਜ਼ ਕਰਦਾ ਜੀ, ਮੈਂ ਸੱਚੀ ਗੱਲ ਕਹਿੰਦਾ, ਭਾਵੇਂ ਲੱਖ ਬੰਦਾ ਬੈਠਾ ਹੋਵੇ ਸੱਚੀ ਗੱਲ ਕਹਿਣਾ ਮੂੰਹ ਤੇ, ਭਾਵੇਂ ਕਿਸੇ ਨੂੰ ਮਿਰਚਾਂ ਲੜਨ। ਤੇ ਮੈਂ ਕਿਹਾ ਗਿਆਨੀ ਜੀ ਦੂਜਿਆਂ ਬਾਰੇ ਸੱਚ ਬੋਲਣਾ ਬੜਾ ਸੌਖਾ, ਆਪਣੇ ਬਾਰੇ ਵੀ ਸੱਚ ਬੋਲਣਾ ਚਾਹੀਦਾ, ਆਪਣੇ ਬਾਰੇ ਵੀ ਸੱਚ ਬੋਲਣਾ ਚਾਹੀਦਾ। ਅਸੀਂ ਆਪਣੇ ਆਪ ਨੂੰ ਤਾਂ ਜਾਣਦੇ ਨਾ ਅਸੀਂ ਕੀ ਹੈਗੇ ਹਾਂ। ਹਾਂਜੀ, ਮੇਰਾ ਮਨ ਕਿਹੋ ਜਿਹਾ, ਮੇਰੇ ਖਿਆਲ ਕਿਹੋ ਜਿਹੇ, ਮੇਰੇ ਕੰਮ ਕਿਹੋ ਜਿਹੇ, ਮੇਰਾ ਵਿਹਾਰ ਕਿਸ ਤਰ੍ਹਾਂ ਦਾ। ਕਿਹੜਾ ਬੰਦਾ ਜਿਹਨੂੰ ਆਪਣੇ ਆਪ ਦਾ ਨਹੀਂ ਪਤਾ। ਦੂਜਿਆਂ ਬਾਰੇ ਸੱਚ ਬੋਲਣਾ ਬੜਾ ਸੌਖਾ ਏ, ਆਪਣੇ ਬਾਰੇ ਸੱਚ ਬੋਲਣਾ ਬੜਾ ਔਖਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਜੇ ਆਪਣਾ ਭਲਾ ਚਾਹੁੰਦੇ ਜੇ ਨਾ ਤੇ ਸੱਚ ਬੋਲੋ ਆਪਣੇ ਬਾਰੇ ਜੀ, ਆਪਣੇ ਬਾਰੇ ਸੱਚ ਬੋਲੋ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਜਿਹਦੇ ਵਿੱਚ ਨਿਮਰਤਾ ਹੋਏਗੀ, ਜਿਹਦਾ ਚਿੱਤ ਨਰਮ ਹੋਏਗਾ, ਜਿਹਦੇ ਅੰਦਰ ਪਿਆਰ ਹੋਏਗਾ, ਉਹ ਸੱਚਮੁੱਚ ਹੀ ਹਮੇਸ਼ਾ ਹੀ ਹੱਥ ਜੋੜ ਕੇ ਕਹੇਗਾ ਮੇਰੇ ਵਰਗਾ ਬੁਰਾ ਕੋਈ ਨਹੀਂ ਹੈਗਾ ਇਸ ਸੰਸਾਰ ਵਿੱਚ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਬਾਬਾ ਕਬੀਰ ਜੀ ਕਹਿੰਦੇ ਆ ਵੀ ਜਿਸ ਬੰਦੇ ਨੇ ਇਹ ਗੱਲ ਸਮਝ ਲਈ ਕਿ ਮੈਂ ਸਾਰਿਆਂ ਨਾਲੋਂ ਮਾੜਾ, ਮੈਨੂੰ ਛੱਡ ਕੇ ਬਾਕੀ ਸਾਰੇ ਹੀ ਚੰਗੇ ਹੈਗੇ ਜੀ। ਹਾਂਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਬੈਠੇ, ਇੱਕ ਪ੍ਰੇਮੀ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਅਨਪੜ੍ਹ ਆਦਮੀ ਹੈਗਾ, ਨਾ ਤੇ ਮੈਨੂੰ ਕੋਈ ਜਪ ਤਪ ਕਰਨਾ ਆਉਂਦਾ, ਗ੍ਰਸਤੀ ਬੰਦਾ ਮੈਂ, ਇੰਨਾ ਟਾਈਮ ਮੇਰੇ ਕੋਲ ਹੈ ਨਹੀਂ ਵੀ ਮੈਂ ਬਹੁਤਾ ਜਪ ਤਪ ਕਰਾਂ, ਪੈਸਾ ਮੇਰੇ ਕੋਲ ਨਹੀਂ ਇੰਨਾ ਮੈਂ ਦਾਨ ਪੁੰਨ ਜ਼ਿਆਦਾ ਕਰਾਂ, ਸਮਾਂ ਮੇਰੇ ਕੋਲ ਨਹੀਂ ਇੰਨਾ ਮੈਂ ਕੋਈ ਤੀਰਥ ਯਾਤਰਾ ਕਰਾਂ, ਕੋਈ ਧਰਮ ਦੇ ਕੰਮ ਕਰਾਂ। ਸਾਰਾ ਦਿਨ ਖਪਦੇ ਰਹੀਦਾ, ਮਸਾਂ ਰੋਟੀ ਚੱਲਦੀ, ਰਾਤ ਨੂੰ ਸੌਂ ਜਾਈਦਾ। ਤੇ ਮੈਂ ਸੁਣਿਆ ਏ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਹੜਾ ਤੁਹਾਡੇ ਚਰਨਾਂ ਵਿੱਚ ਆ ਗਿਆ, ਉਹ ਨਿਰਾਸ਼ ਨਹੀਂ ਗਿਆ ਜੀ, ਨਿਰਾਸ਼ ਨਹੀਂ ਕਦੇ ਗਿਆ। ਤੁਸਾਂ ਕਿਰਪਾ ਕੀਤੀ, ਇਹੋ ਜਿਹਾ ਰਾਹ ਦੱਸ ਦਿੱਤਾ ਜਿਹੜਾ ਤੁਹਾਡੇ ਚਰਨਾਂ ਵਿੱਚ ਆ ਗਿਆ, ਉਹਦਾ ਲੋਕ ਵੀ ਸਵਰ ਗਿਆ ਤੇ ਪਰਲੋਕ ਵੀ ਸਵਰ ਗਿਆ। ਕਹਿੰਦਾ ਮੈਂ ਜਿਹੋ ਜਿਹਾ ਹੈਗਾ ਤੁਹਾਨੂੰ ਸੱਚ ਬੋਲਤਾ ਜੇ, ਕਿ ਮੇਰੇ ਕੋਲ ਕੋਈ ਖਾਸ ਟਾਈਮ ਨਹੀਂ ਹੈਗਾ, ਮੈਂ ਗਰੀਬ ਆਦਮੀ, ਦਿਨ ਰਾਤ ਖਪਦਾ, ਟੱਬਰ ਪਾਲਦਾ ਹੈ, ਤੇ ਮਹਾਰਾਜ ਮੈਨੂੰ ਕੋਈ ਰਾਹ ਦੱਸੋ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ। ਸਤਿਗੁਰੂ ਜੀ ਕਹਿੰਦੇ ਲੈ ਕੰਮ ਤੇ ਸੌਖਾ ਹੀ ਆ, ਪਰ ਸਾਵਧਾਨੀ ਦੀ ਲੋੜ ਹੈ। ਕੰਮ ਤੇ ਸੌਖਾ ਹੀ ਆ, ਸਾਵਧਾਨੀ ਦੀ ਲੋੜ। ਕੀ ਆਖਿਆ ਸਤਿਗੁਰੂ ਜੀ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮਾਰੇ ਕਹਿੰਦੇ ਤੂੰ ਆਹ ਗੱਲ ਪੱਕੀ ਕਰ ਲਾ ਵੀ ਮੈਂ ਨਹੀਂ ਚੰਗਾ ਤੇ ਬੁਰਾ ਕੋਈ ਵੀ ਨਹੀਂ ਹੈਗਾ। ਸਤਿਗੁਰ ਕਹਿੰਦੇ ਮੈਂ ਤੇਰਾ ਜ਼ਿੰਮੇਵਾਰ, ਰੱਬ ਤੇਰਾ ਬੇੜਾ ਬੰਨੇ ਲਾ ਦੇਗਾ। ਕਹਿਣ ਲੱਗੇ ਤਰ ਜਾਏਗਾ ਤੂੰ ਇਸ ਸੰਸਾਰ ਵਿੱਚੋਂ। ਜਿੰਨੀ ਵੀ ਕਲੇਸ਼ ਹੈਗੀ ਸਾਰੀ ਇਸੇ ਗੱਲ ਦੀ ਆ ਕਿ ਮੈਂ ਚੰਗਾ ਤੇ ਤੂੰ ਮਾੜਾ ਹੈਗਾ ਜੀ। ਘਰ ਘਰ ਪਿਓ ਪੁੱਤ ਦੀ ਲੜਾਈ ਵੀ ਇਸੇ ਕੰਮ ਦੀ ਹੈ ਜੀ। ਰਾਜਨੀਤਿਕਾਂ ਦੀ ਲੜਾਈ ਇਸੇ ਗੱਲੋਂ ਆ ਜੀ। ਵਹੁਟੀ ਤੇ ਪਤੀ ਦੀ ਲੜਾਈ ਇਸੇ ਗੱਲ ਦੀ ਹੈਗੀ ਜੀ। ਹਾਂਜੀ, ਆਮ ਦੁਨੀਆ 'ਚ ਦੇਸ਼ਾਂ ਵਿਦੇਸ਼ਾਂ ਦੀ ਲੜਾਈ ਇਸੇ ਗੱਲ ਦੀ, ਮੈਂ ਚੰਗਾ ਜੀ, ਮੈਂ ਚੰਗਾ। ਸਤਿਗੁਰੂ ਕਹਿੰਦੇ ਨਾ ਭਾਈ, ਜੇ ਸੰਸਾਰ ਵਿੱਚੋਂ ਸੌਖੇ ਤਰਨਾ ਹੀ ਨਾ ਤੇ ਫਿਰ ਪੱਕਿਆਂ ਕਰ ਲਾ ਵੀ ਮੈਂ ਨਹੀਂ ਚੰਗਾ ਹੈਗਾ ਜੀ। ਤੇ ਜਦੋਂ ਮੈਂ ਨਹੀਂ ਚੰਗਾ, ਆਪੇ ਬੰਦਾ ਆਪਣੇ ਆਪ ਦਾ ਸੁਧਾਰ ਕਰੇਗਾ ਜੀ। ਜਦੋਂ ਹਰ ਵੇਲੇ ਆਦਮੀ ਵੇਖਦਾ ਆਪਣੇ ਵੱਲ ਵੀ ਮੈਂ ਨਹੀਂ ਚੰਗਾ, ਤੇ ਆਪੇ ਸੁਧਾਰੇਗਾ ਆਪਣੇ ਆਪ ਨੂੰ। ਗਰੀਬ ਨਵਾਜ ਪਾਤਸ਼ਾਹ ਸਮੱਤ ਦਿੰਦੇ ਨੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਜਿਹਦੇ ਕੋਲ ਨਿਮਰਤਾ ਹੈ, ਜਿਹਦਾ ਚਿੱਤ ਨਰਮ ਹੈ, ਇਹਦੇ ਵਾਸਤੇ ਆਪਾਂ ਨੂੰ ਉਦਮ ਕਰਨਾ ਪੈਣਾ ਜੀ।
ਗੁਰੂ ਕੀ ਮੱਤ ਲੈਣੀ ਪੈਣੀ ਹੈ। ਹਾਂਜੀ, ਕਠੋਰ ਚਿੱਤ ਵਾਲੇ ਬੰਦੇ ਦਾ ਕਦੇ ਭਜਨ 'ਚ ਮਨ ਨਹੀਂ ਜੁੜੇਗਾ ਜੀ। ਇਸ ਗੱਲ ਦਾ ਮਾਣ ਨਾ ਕਰਿਆ ਕਰੋ ਵੀ ਅਸੀਂ ਨਹੀਂ ਕਿਸੇ ਦਾ ਲਿਹਾਜ਼ ਕਰਦੇ, ਅਸੀਂ ਨਹੀਂ ਕਿਸੇ ਦੀ ਪਰਵਾਹ ਕਰਦੇ। ਇੱਥੋਂ ਤਾਂ ਬੰਦਾ ਨੰਗਾ ਹੋ ਜਾਂਦਾ ਵੀ ਇਹਦੇ ਪੱਲੇ ਕੀ ਹੈਗਾ ਜੀ। ਹਾਂਜੀ, ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੰਕਾਰੀ ਹੈ ਜੀ, ਕਠੋਰ ਹੈ ਜੀ, ਉਹਦੇ ਪੱਲੇ ਕੱਖ ਨਹੀਂ ਹੈਗਾ ਜੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਜੇ ਆਪਣੀ ਰੂਹ ਨੂੰ, ਆਪਣੀ ਜਿੰਦ ਨੂੰ, ਆਪਣੀ ਆਤਮਾ ਨੂੰ ਤੁਸੀਂ ਪ੍ਰਸੰਨ ਰੱਖਣਾ ਚਾਹੁੰਦੇ ਹੋ ਨਾ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਿਮਰਤਾ ਧਾਰਨ ਕਰੋ, ਨੀਵੇਂ ਹੋਵੋ ਜੀ। ਵੇਖੋ ਨੀਵੇਂ ਹੋਣ ਦੇ ਤਰੀਕੇ ਦੱਸੇ ਆ ਜੀ। ਭਾਈ ਗੁਰਦਾਸ ਜੀ ਕਹਿੰਦੇ ਕਰ ਕੇ ਨੀਚ ਸਦਾਵਣਾ, ਨਾਮ ਜਪਣਾ, ਦਾਨ ਕਰਨਾ, ਸੇਵਾ ਕਰਨੀ, ਚੰਗੇ ਕੰਮ ਕਰਨੇ, ਤੇ ਫਿਰ ਬੜੀ ਜੁਗਤ ਨਾਲ, ਢੰਗ ਦੇ ਨਾਲ ਆਪਣੇ ਆਪ ਨੂੰ ਨੀਚ ਸਦਾਉਣਾ ਜੀ। ਹਾਂਜੀ, ਆਪਾਂ ਕੋਈ ਭਲਾ ਕੰਮ, ਚੰਗਾ ਕੰਮ ਕਰਕੇ ਜਿੰਨਾ ਚਿਰ 50 ਬੰਦਿਆਂ ਨੂੰ ਦੱਸੀਏ ਨਾ, ਰੋਟੀ ਹਜਮ ਨਹੀਂ ਹੁੰਦੀ ਜੀ ਸਾਨੂੰ ਤੇ ਜੀ। ਹਾਂਜੀ, ਦੱਸੀ ਜਾਣਾ ਜੀ, ਅਸੀਂ ਇੰਨੇ ਵਜੇ ਉੱਠਦੇ ਹਾਂ ਜੀ, ਅਸੀਂ ਇੰਨੀ ਸੇਵਾ ਕਰਦੇ ਹਾਂ ਜੀ, ਇੰਨਾ ਦਾਨ ਕਰਦੇ ਹਾਂ ਜੀ। ਨਾ ਨਾ, ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਈ। ਨਿਮਰਤਾ ਧਾਰਨ ਕਰਨੀ ਹੈ, ਚਿੱਤ ਨੂੰ ਨਰਮ ਕਰਨਾ। ਕਿਉਂ? ਕਠੋਰ ਚਿੱਤ ਵਾਲਿਆਂ ਵਾਸਤੇ ਰੱਬ ਦੇ ਘਰ 'ਚ ਥਾਂ ਨਹੀਂ ਜਿਆਗਾ। ਰੱਬ ਦੇ ਘਰ ਵਿੱਚ ਕਠੋਰ ਚਿੱਤ ਵਾਲਿਆਂ ਵਾਸਤੇ ਜਗ੍ਹਾ ਨਹੀਂ ਜੇ ਹੈਗੀ। ਉੱਥੇ ਖੋਟੇ ਦਰਗੇ ਸੱਟੀਏ ਪੁਆ ਕੇ ਮਾਰ ਦਿੱਤੇ ਜਾਂਦੇ ਨੇ, ਉੱਥੇ ਕੋਈ ਲਿਹਾਜ਼ ਨਹੀਂ ਜੇਗਾ। ਆਪਣੀ ਲੋੜ ਹੈ, ਆਪਣੀ ਲੋੜ ਨੂੰ ਤੁਸੀਂ ਕਿੰਨੇ ਕੰਮ ਸਿੱਖਦੇ ਜੇ, ਦਿਨ ਰਾਤ ਭੱਜੇ ਨੱਸੇ ਫਿਰਦੇ। ਇਹ ਵੀ ਆਪਣੀ ਰੂਹ ਦੀ ਲੋੜ। ਜੇ ਤੁਸੀਂ ਪ੍ਰਸੰਨ ਰਹਿਣਾ ਚਾਹੁੰਦੇ ਹੋ, ਖੁਸ਼ ਰਹਿਣਾ ਚਾਹੁੰਦੇ ਹੋ ਵੀ ਸਾਡੀ ਰੂਹ ਸਦਾ ਆਨੰਦ ਦੇ ਵਿੱਚ ਰਹੇ, ਅਸੀਂ ਖੁਸ਼ੀਆਂ ਮਾਣੀਏ, ਪ੍ਰਸੰਨ ਰਹੀਏ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਿਮਰਤਾ ਧਾਰਨ ਕਰ ਲਓ ਜੀ। ਨੀਵੇਂ ਹੋ ਜਾਓ, ਆਪਣੇ ਮਨ ਨੂੰ ਨੀਵਾਂ ਕਰ ਲਓ, ਚਿੱਤ ਨੂੰ ਕੋਮਲ ਕਰ ਲਓ। ਕਿਸੇ ਦਾ ਦਿਲ ਨਹੀਂ ਦਿਖਾਉਣਾ ਜੀ, ਕਿਸੇ ਨੂੰ ਦੁੱਖ ਨਹੀਂ ਦੇਣਾ ਜੀ, ਕਿਸੇ ਨਾਲ ਧੱਕਾ ਨਹੀਂ ਕਰਨਾ, ਛਲ ਨਹੀਂ ਕਰਨਾ ਜੀ। ਤੇ ਫਿਰ ਆਪਣੇ ਗੁਰੂ ਤੋਂ ਸਭ ਕੁਝ ਹੀ ਵਾਰ ਦੇਣਾ ਜੀ, ਕੁਝ ਨਹੀਂ ਲੁਕੋ ਕੇ ਰੱਖਣਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਤਨ ਰਤਾ ਸੱਚ ਰੰਗ। ਫਿਰ ਕੀ ਹੋਏਗਾ ਜੀ? ਜੇ ਉੱਪਰ ਵਾਲੀਆਂ ਗੱਲਾਂ ਜੇ ਮੰਨ ਲੀਆਂ, ਕਮਾ ਲੀਆਂ, ਤੇ ਕੀ ਹੋਏਗਾ? ਫਿਰ ਮਨ ਤੇ ਤਨ ਦੇ ਵਿੱਚ ਸੱਚੇ ਪਰਮੇਸ਼ਰ ਦਾ ਪ੍ਰੇਮ ਵਸ ਜਾਏਗਾ। ਜਗ੍ਹਾ ਚਾਹੀਦੀ ਹੈ ਨਾ, ਪਰਮੇਸ਼ਰ ਦਾ ਪ੍ਰੇਮ ਹਿਰਦੇ ਵਿੱਚ ਵਸੇ, ਜਗ੍ਹਾ ਚਾਹੀਦੀ। ਰੰਗ ਦਾ ਅਰਥ ਪ੍ਰੇਮ ਹੁੰਦਾ ਜੇ। ਪੱਕਾ ਪ੍ਰੇਮ ਪਰਮੇਸ਼ਰ ਦਾ ਹਿਰਦੇ ਵਿੱਚ ਟਿਕ ਜਾਏਗਾ ਜੀ। ਫਿਰ ਮਨ ਵਿੱਚ ਤੇ ਤਨ ਵਿੱਚ, ਦੋਵਾਂ ਵਿੱਚ ਹੀ ਜੀ। ਮਨ ਤਨ ਰਤਾ ਸੱਚ। ਸੱਚ ਦਾ ਅਰਥ ਪਰਮੇਸ਼ਰ ਜਿਹੜਾ ਸਦਾ ਰਹਿਣ ਵਾਲਾ ਥਿਰ ਪਰਮਾਤਮਾ, ਤੇ ਰੰਗ ਦਾ ਅਰਥ ਪ੍ਰੇਮ ਹੈ ਜੀ। ਰਤਾ ਦਾ ਅਰਥ ਪੱਕਾ, ਜਿਹੜਾ ਮੁੜ ਕੇ ਲੈ ਨਹੀਂ ਸਕਦਾ ਰੰਗ ਜੀ, ਜਿਹੜਾ ਪ੍ਰੇਮ ਫਿਰ ਟੁੱਟ ਨਹੀਂ ਸਕਦਾ ਜੀ। ਮਹਾਰਾਜ ਕਹਿੰਦੇ ਜੇ ਉੱਪਰਲੀਆਂ ਗੱਲਾਂ ਤੁਸੀਂ ਸਾਰੀਆਂ ਦ੍ਰਿੜ ਕਰ ਲੀਆਂ ਨਾ ਜੀ, ਪੱਕੇ ਹੋ ਗਏ ਉਹਨਾਂ ਗੱਲਾਂ ਵਿੱਚ, ਫਿਰ ਤੁਹਾਡੇ ਮਨ ਤੇ ਤਨ ਵਿੱਚ ਰੱਬ ਦਾ, ਪਰਮੇਸ਼ਰ ਦਾ ਪ੍ਰੇਮ ਵਸ ਜਾਏਗਾ। ਫਿਰ ਅੱਗੇ ਕੀ ਹੋਏਗਾ ਜੀ? ਗੁਰੂ ਜੀ ਕਹਿੰਦੇ ਇੱਕੋ ਨਾਮ ਆਧਾਰ। ਫਿਰ ਤੁਹਾਨੂੰ ਦੁਨੀਆ ਵਿੱਚ ਕਿਸੇ ਆਸਰੇ ਦੀ ਹੋਰ ਦੀ ਲੋੜ ਨਹੀਂ ਰਹਿ ਜਾਏਗੀ। ਇੱਕ ਨਾਮ ਦਾ ਆਧਾਰ ਪਰਪੱਕ ਹੋ ਜਾਏਗਾ ਜੀ, ਨਾਮ ਦਾ ਆਸਰਾ ਪੱਕਾ ਹੋ ਜਾਏਗਾ ਜੀ। ਹਰ ਵੇਲੇ ਤੁਸੀਂ ਵਾਹਿਗੁਰੂ ਦੇ ਨਾਮ ਦਾ ਆਨੰਦ ਮਾਣੋਗੇ ਜੀ। ਫਿਰ ਅੱਗੇ ਜੀ, ਅੱਗੇ ਮਹਾਰਾਜ ਕਹਿੰਦੇ ਵਿਖਿਆ ਰੰਗ ਕੂੜਾਵਿਆ। ਮਾਇਆ ਦੇ ਜਿੰਨੇ ਵੀ ਕੌਤਕ ਨੇ, ਰੰਗ ਨੇ, ਧੰਦੇ ਆ, ਇਹਦੀ ਤੁਹਾਨੂੰ ਸਮਝ ਪੈ ਜਾਣੀ ਵੀ ਇਹ ਸਾਰੇ ਝੂਠੇ ਹੈਗੇ ਆ ਜੀ, ਸਭ ਝੂਠੇ ਹੈ ਜੀ। ਕਿਉਂ? ਇਹ ਨਿਭਣ ਵਾਲੇ ਨਹੀਂ, ਸਾਥ ਦੇਣ ਵਾਲੇ ਨਹੀਂ ਹੈਗੇ ਜੀ। ਮਾਇਆ ਦਾ ਰੰਗ ਜਿੰਨਾ ਵੀ ਹੈਗਾ, ਮਾਇਆ ਦਾ ਧੰਦਾ ਜਿੰਨਾ ਵੀ ਹੈਗਾ ਨਾ, ਕੂੜਾਵਿਆ, ਇਹ ਕਰੂਰਤਾ ਵਾਲਾ ਜੀ। ਜਿਸ ਬੰਦੇ ਨੇ ਜ਼ਿੰਦਗੀ ਵਿੱਚ ਠਾਣ ਲਿਆ ਵੀ ਮੈਂ ਪੈਸਾ ਇਕੱਠਾ ਕਰਨਾ, ਉਹ ਬਹੁਤ ਕਰੂਰ ਸੁਭਾਅ ਦਾ ਬੰਦਾ ਹੋਏਗਾ, ਝੂਠੇ ਸੁਭਾਅ ਵਾਲਾ ਹੋਏਗਾ ਜੀ। ਉਹਨੂੰ ਕੁਝ ਵੀ ਕਰਨਾ ਪਵੇ, ਭਾਵੇਂ ਉਹਨੂੰ ਪਿਓ ਦਾ ਗਲ ਘੁੱਟਣਾ ਪਵੇ, ਉਹ ਸ਼ਰਮ ਨਹੀਂ ਕਰੇਗਾ ਜੀ। ਭਰਾ ਨੂੰ ਲੁੱਟਣਾ ਪਵੇ, ਉਹ ਬਿਲਕੁਲ ਭੋਰਾ ਜਿੰਨਾ ਵੀ ਇਸ ਗੱਲ ਦਾ ਡਰ ਨਹੀਂ ਮੰਨੇਗਾ ਜੀ। ਕਿਸੇ ਨੂੰ ਵੀ ਉਹਨੂੰ ਲੁੱਟਣਾ ਪਵੇ, ਧੋਖਾ ਕਰਨਾ ਪਵੇ, ਕਿਉਂ? ਇਹਨੂੰ ਮਾਇਆ ਦਾ ਜ਼ਹਿਰ ਚੜਿਆ ਪਿਆ ਜੀ, ਇਹਦੀ ਮੱਤ ਮਾਰੀ ਪਈ ਆ ਮਾਇਆ ਦੇ ਜ਼ਹਿਰ ਦੇ ਨਾਲ।
ਵੇਖਿਆ ਰੰਗ ਕੂੜਾਵਿਆ। ਹਾਂ, ਉਹ ਗੁਰਮੁਖ ਜਿਸ ਨੇ ਨਿਮਰਤਾ ਧਾਰਨ ਕੀਤੀ ਆ, ਜਿਸ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਚਿੱਤ ਨੂੰ ਨਰਮ ਕਰ ਲਿਆ ਏ, ਜਿਹਨੇ ਸਭ ਕੁਝ ਆਪਣੇ ਗੁਰੂ ਤੋਂ ਵਾਰ ਦਿੱਤਾ ਹੈ ਨਾ, ਤੇ ਮਨ ਤਨ ਵਿੱਚ ਪਰਮੇਸ਼ਰ ਦਾ ਪ੍ਰੇਮ ਟਿਕ ਗਿਆ, ਨਾਮ ਦਾ ਆਧਾਰ ਪਰਪੱਕ ਹੋ ਗਿਆ। ਹੁਣ ਉਹਨੂੰ ਸਮਝ ਪੈਣੀ ਜੇ ਵਿਖਿਆ ਰੰਗ ਕੂੜਾਵਿਆ, ਕਿ ਸੌਖੀਆਂ ਗੱਲਾਂ ਨਹੀਂ ਹੈਗੀਆਂ। ਇਹ ਸਿੱਧਾ ਹੀ ਬੰਦਾ ਜਿਹੜੀ ਗੱਲ ਨੂੰ ਮਰਜ਼ੀ ਲੱਗ ਪਵੇ ਤੇ ਹਾਸਲ ਕਰ ਲਏਗਾ ਜੀ। ਸੀਨੇ ਬਸੀਨੇ ਪੌੜੀ ਚੜ੍ਹਦਾ ਬੰਦਾ ਉੱਪਰ ਚੜ੍ਹੇਗਾ। ਮਾਇਆ ਦੇ ਰੰਗ ਤੋਂ ਬਚਣਾ ਕੋਈ ਸੌਖੀ ਖੇਡ ਨਹੀਂ ਹੈਗੀ ਜੀ। ਗੱਲਾਂ ਕਰ ਲੈਣੀਆਂ, ਗੱਪਾਂ ਮਾਰ ਲੈਣੀਆਂ, ਉਹਦੇ ਵਿੱਚ ਕਿੰਨਾ ਕੁ ਕਿਤ ਜ਼ੋਰ ਲੱਗਣਾ ਜੀ ਇਹਦੇ ਵਿੱਚ। ਹਾਂਜੀ, ਵਿਖਿਆ ਰੰਗ ਕੂੜਾਵਿਆ, ਉਤਲੇ ਜਪਾਂ ਤਪਾਂ ਵਿੱਚ ਪਾਸ ਹੋਏਗਾ ਤੇ ਫੇਰ ਸਮਝ ਆਉਣੀ ਆ ਇਹ ਮਾਇਆ ਦੇ ਰੰਗ ਬੜੇ ਖਤਰਨਾਕ ਨੇ ਜੀ, ਬੜੇ ਝੂਠੇ ਆ ਜੀ। ਦਿਖਾਈ ਦੇਣੇ ਆ ਇਹ ਸਭ ਕੁਝ ਖੇ ਸਵਾਹੀ ਹੈਗੀ, ਇੱਕ ਦਿਨ ਸਭ ਕੁਝ ਸਵਾਹ ਹੋ ਜਾਣਾ ਜੀ। ਫਰੀਦਾ ਕੋਠੇ ਮੰਡਪ ਮਾੜੀਆਂ, ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਜਾਏ ਪਏ। ਕੋਠੇ ਮੰਡਪ ਮਾੜੀਆਂ ਪਤਾ ਲੱਗਦਾ ਇਸੇ ਵਾਸਤੇ, ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਨਾ ਜੀ, ਉਹ ਇਹਨਾਂ ਕੰਮਾਂ 'ਚ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਦੇ ਜੀ। ਮੈਂ ਲੁਧਿਆਣੇ ਗਿਆ, ਇੱਕ ਸਰਦਾਰ ਮੈਨੂੰ ਆਪਣੇ ਘਰ ਲੈ ਗਿਆ ਜੀ। ਉਹ ਮੈਨੂੰ ਵਿਖਾਵੇ, ਬਾਬਾ ਜੀ 60 ਲੱਖ ਰੁਪਈਆ ਕਹਿੰਦਾ ਮੈਂ ਕੋਠੀ ਤੇ ਲਾਤਾ, ਤੇ 40 ਲੱਖ ਕਹਿੰਦਾ ਹੋਰ ਲਾਉਣਾ ਜੀ। ਤੇ ਖੂੰਡੀ ਉਹਦੇ ਹੱਥ 'ਚ, ਉਦੋਂ ਪੈਸੇ, ਇਹ ਤਕਰੀਬਨ 25 ਸਾਲ ਦੀ ਗੱਲ ਆ ਜੀ, ਉਦੋਂ 60 ਲੱਖ ਦੀ ਬੜੀ ਕੀਮਤ ਹੁੰਦੀ ਸੀ ਜੀ। ਖੂੰਡੀ ਹੱਥ 'ਚ ਤੇ ਹੱਥ ਉਹਦੇ ਐਂ ਕੰਬਣ ਜੀ। ਬਜ਼ੁਰਗ ਹੋਇਆ ਤੇ ਮੈਨੂੰ ਆਂਦਾ ਲੋਕੀ ਮਕਰਾਣੇ ਤੋਂ ਲਿਆ ਕੇ ਪੱਥਰ ਲਾਈ ਜਾਂਦੇ ਸਸਤਾ ਜਿਹਾ। ਮੈਂ ਕਹਿੰਦਾ ਤਾਮਿਲਨਾਡੂ 'ਚੋਂ ਪੱਥਰ ਲਿਆ ਕੇ ਲਾਇਆ ਕਿ, ਕਹਿੰਦਾ ਵੇਖੋ ਮੂੰਹ ਦਿਸਦਾ ਕਿ ਨਹੀਂ। ਤੇ ਮੈਂ ਉਹਦੇ ਵੱਲ ਵੇਖ ਕੇ ਹੱਸਿਆ ਥੋੜ੍ਹਾ ਜਿਹਾ। ਮੈਂ ਆਖਿਆ ਮੈਨੂੰ ਤੇ ਦਿਸਦਾ, ਕਿਤੇ ਤੂੰ ਵੀ ਵੇਖ ਲਾ ਆਪਣਾ ਮੂੰਹ ਵਿੱਚ, ਤੂੰ ਵੀ ਆਪਣਾ ਮੂੰਹ ਵੇਖ ਲਾ। ਦੰਦ ਤੇਰੇ ਮੂੰਹ ਵਿੱਚ ਕੋਈ ਨਹੀਂ, ਹੱਥ ਪੈਰ ਤੇਰੇ ਕੰਬਣ ਡਏ ਆ। 40 ਲੱਖ ਅਜੇ ਲਾਉਣਾ, ਤੇ 40 ਲੱਖ ਲਾਉਣ ਤੋਂ ਪਹਿਲਾਂ ਤੇਰਾ ਚਾਲਾ ਵੱਜ ਜਾਣਾ। ਹਾਂਜੀ, ਉਹੀ ਗੱਲ ਹੋਈ ਜੀ, ਕੋਠੀ ਪੂਰੀ ਨਹੀਂ ਹੋਈ ਤੋਂ ਚੱਲ ਵਸਿਆ ਜੀ। ਪਰ ਜਿਹਨੂੰ ਸਮਝ ਪੈ ਗਈ, ਪਤਾ ਲੱਗ ਗਿਆ ਇਹ ਕੂੜ ਹੀ ਆ, ਉਹ ਜ਼ਿੰਦਗੀ ਬਰਬਾਦ ਨਹੀਂ ਕਰੇਗਾ। ਕਿੰਨਾ ਕੁ ਚਿਰ ਇਹਨਾਂ 'ਚ ਬੈਠੇ ਰਵਾਂਗੇ ਜੀ ਆਪਾਂ ਜੀ, ਕਿੰਨਾ ਕੁ ਚਿਰ ਬੈਠੇ ਰਵਾਂਗੇ ਇਹਨਾਂ ਦੇ ਵਿੱਚ ਜੀ। ਸਾਨੂੰ ਸਤਿਗੁਰੂ ਜੀ ਨੇ ਬਾਰ-ਬਾਰ ਸਮਝਾਇਆ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ। ਠੀਕ ਆ, ਰਹਿਣ ਵਾਸਤੇ ਜਗ੍ਹਾ ਚਾਹੀਦੀ ਆ, ਹਾਂਜੀ, ਰਹਿਣ ਵਾਸਤੇ ਥਾਂ ਚਾਹੀਦਾ ਹੈ। ਜ਼ਿੰਦਗੀ ਆ, ਪਰ ਬੰਦਾ ਇਸ ਤਰ੍ਹਾਂ ਵੀ ਨਾ ਕਰੇ ਵੀ ਜ਼ਿੰਦਗੀ ਉਹਦੇ ਵਾਸਤੇ ਬਰਬਾਦ ਕਰ ਲਵੇ ਜੀ। ਹਾਂਜੀ, ਪਾਉਣ ਵਾਸਤੇ ਵਸਤਰ ਚਾਹੀਦੇ, ਤਨ ਢੱਕਣਾ ਹੈ, ਪਰਮੇਸ਼ਰ ਦੀ ਭਗਤੀ ਕਰਨੀ ਹੈ। ਖਾਣ ਵਾਸਤੇ ਰੋਟੀ ਚਾਹੀਦੀ ਹੈ, ਸਿਦਕ ਨਾਲ ਬੰਦਾ ਰੁੱਖੀ ਮਿੱਸੀ ਖਾ ਕੇ ਪਰਮੇਸ਼ਰ ਦਾ ਭਜਨ ਕਰੇ, ਠੱਗੀ ਮਾਰਨ ਦੀ ਲੋੜ ਨਹੀਂ ਪਏਗੀ। ਗੁਰਬਾਣੀ ਵਿੱਚ ਪੰਕਤੀ ਆਉਂਦੀ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਵੇਖੋ ਰੂਪ ਆ ਜਿਹੜਾ, ਇਹ ਤੇ ਪਰਮੇਸ਼ਰ ਨੇ ਦਿੱਤਾ ਜੀ, ਰੱਬ ਨੇ ਦਿੱਤਾ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜੇ ਰੱਬ ਸੋਹਣਾ ਰੂਪ ਤੇ ਰੱਬ ਨੇ ਦਿੱਤਾ ਜੀ, ਪਰਮੇਸ਼ਰ ਨੇ ਦਿੱਤਾ। ਜੇ ਸੁੰਦਰਤਾ ਹੈਗੀ ਆ, ਇਹ ਵਾਹਿਗੁਰੂ ਨੇ ਦਿੱਤੀ ਹੈ। ਤੇ ਮਹਾਰਾਜ ਇਸ ਗੱਲ ਤੋਂ ਵੀ ਨਾਰਾਜ਼ ਨਹੀਂ ਜੀ ਹੁੰਦੇ, ਹਾਂਜੀ, ਵੀ ਕਿਸੇ ਨੇ ਕੱਪੜੇ ਸੋਹਣੇ ਪਾਏ ਜੀ, ਕੱਪੜੇ ਸੋਹਣੇ ਪਾਉਣ ਤੋਂ ਵੀ ਨਾਰਾਜ਼ ਨਹੀਂ ਹੁੰਦੇ। ਸੱਚੇ ਪਾਤਸ਼ਾਹ ਮਾਰ ਕਹਿੰਦੇ, ਜੇ ਪ੍ਰਸਾਦ ਪਾਟ ਪਟੰਬਰ ਹਟਾਵੇ। ਜੇ ਤੈਨੂੰ ਸੋਹਣੇ ਵਸਤਰ ਪਾਉਣ ਨੂੰ ਮਿਲੇ ਆ ਤੇ ਉਸ ਦੀ ਕਿਰਪਾ ਦੇ ਨਾਲ ਮਿਲੇ ਆ। ਜੇ ਰੰਗ ਰੂਪ ਸੋਹਣਾ ਤੇ ਉਸ ਦੀ ਕਿਰਪਾ ਦੇ ਨਾਲ ਮਿਲਿਆ, ਬਖਸ਼ਿਸ਼ ਨਾਲ ਮਿਲਿਆ ਹੈ। ਪਰ ਉਹ ਕਰਨਾ ਕੀ ਹੈ ਜੀ, ਕਰਨਾ ਕੀ ਹੈ? ਕੱਪੜ ਰੂਪ ਸੁਹਾਵਣਾ, ਪਰਮੇਸ਼ਰ ਨੇ ਸੋਹਣਾ ਰੂਪ ਦਿੱਤਾ ਤੇ ਘਰ 4 ਪੈਸੇ ਅੱਗੇ ਕੱਪੜੇ ਵੀ ਸੋਹਣੇ ਪਹਿਨਣ ਨੂੰ ਰੱਬ ਨੇ ਦਿੱਤੇ ਆ। ਤੇ ਹੁਣ ਕਰਨਾ ਕੀ ਹੈ ਜੀ? ਮਾਰੇ ਕਹਿੰਦੇ ਛੱਡ ਦੁਨੀਆ, ਦੁਨੀਆ ਵਾਲਾ ਪਾਸਾ ਛੱਡ, ਵਿਖਾਵਾ ਕਰਨਾ ਛੱਡ। ਮਾਰੇ ਕਹਿੰਦੇ ਆ ਜੀ, ਵਿਖਾਵਾ ਕਰਨਾ ਛੱਡ, ਕੀ ਕਰ? ਅੰਦਰ ਜਾਵਣਾ। ਅੰਦਰ ਜਾ ਤੇ ਉਸ ਦੇਣ ਵਾਲੇ ਦਾਤੇ ਦੇ ਨਾਲ ਜੁੜ, ਉਸ ਪਰਮੇਸ਼ਰ ਦੇ ਨਾਲ। ਰੰਗ ਰੂਪ ਸੋਹਣਾ ਤੇ ਕੱਪੜੇ ਸੋਹਣੇ ਪਾ ਕੇ ਪਹਿਲਾਂ ਆਪਣਾ ਮਨ ਖਰਾਬ ਕਰਨਾ ਤੇ ਮੁੜ ਕੇ ਦੂਜਿਆਂ ਦਾ ਮਨ ਖਰਾਬ ਕਰਨਾ। ਕਿਆ ਫਾਇਦਾ ਜੀ ਇਹਨਾਂ ਗੱਲਾਂ ਦਾ ਜੀ? ਕਿਆ ਲਾਭ ਹੋਇਆ ਜੀ?
ਮੈਨੂੰ ਮਾफ़ी ਦੇ ਦਿਓ, ਮਾफ़ी ਦੇ ਦਿਓ ਬੀਬੀਆਂ ਭੈਣਾਂ। ਹਾਂਜੀ, ਵੇਖੋ ਗੁਰਸਿੱਖਾਂ ਦੇ ਘਰ ਸਾਡਾ ਜਨਮ ਜੀ, ਅੰਮ੍ਰਿਤਸਰ ਦੀ ਧਰਤੀ 'ਤੇ ਅਸੀਂ ਰਹੀਏ ਜੀ। ਹਾਂਜੀ, ਅਤੇ ਨੱਚਣ ਗਾਉਣ ਵਾਲੀਆਂ ਬੁੜੀਆਂ ਵਾਲੇ ਤੁਸੀਂ ਪਹਿਰਾਵੇ ਧਾਰਨ ਕਰਕੇ ਗੁਰਦੁਆਰਿਆਂ 'ਚ ਜਾਂਦੀਆਂ ਜੇ, ਅਤੇ ਜਿਹੜੇ ਇਹ ਕੰਮ ਕਰਦੇ ਉਹਨਾਂ ਨੂੰ ਭਾਵੇਂ ਸ਼ਰਮ ਨਾ ਆਉਂਦੀ ਹੋ, ਪਰ ਜਿਹੜੇ ਗੁਰਮੁਖ ਬੰਦੇ ਉਹਨਾਂ ਨੂੰ ਸ਼ਰਮ ਆਉਂਦੀ ਹੈ ਜੀ। ਅਸੀਂ ਉਹਨਾਂ ਦੀ ਨਕਲ ਕਰੀਏ ਗੁਰੂ ਦੇ ਸਿੱਖ ਹੋ ਕੇ ਜੀ। ਸਿਆਣੀਆਂ ਬਿਆਣੀਆਂ ਬੀਬੀਆਂ ਨੱਚਣ ਗਾਉਣ ਵਾਲੀਆਂ ਦੀਆਂ ਨਕਲਾਂ ਕਰਦੀਆਂ ਨੇ ਜੀ, ਅੰਮ੍ਰਿਤਧਾਰੀ ਵੀ ਕਰਦੀਆਂ ਨੇ ਜੀ। ਉਹੋ ਜਿਹੇ ਘੱਗਰੇ ਪਾ ਪਾ ਕੇ ਫਿਰਨਾ ਕਮਾਲ ਦੀ ਗੱਲ ਹੈ। ਮਹਾਰਾਜ ਨੇ ਸਾਨੂੰ ਕਿੱਡਾ ਸੋਹਣਾ ਪਹਿਰਾਵਾ ਦਿੱਤਾ ਏ। ਤੁਸੀਂ ਗੁਰਮੁਖ ਪਰਿਵਾਰਾਂ ਦੀਆਂ ਲੜਕੀਆਂ ਹੋਵੋ, ਚੰਗੇ ਘਰਾਂ ਦੀਆਂ ਤੁਸੀਂ ਨੌਹਾਂ ਧੀਆਂ ਹੋਵੋ। ਹਾਂਜੀ, ਅਤੇ ਨੱਚਣ ਗਾਉਣ ਵਾਲੀਆਂ ਦੀਆਂ ਤੁਸੀਂ ਰੀਸਾਂ ਕਰੋ, ਸ਼ਰਮ ਕਰਨੀ ਚਾਹੀਦੀ ਹੈ ਜੀ। ਕੋਈ ਵਧੀਆ ਗੱਲ ਹੈਗੀ ਆ। ਜੇ ਮਹਾਰਾਜ ਨੇ ਕਿਰਪਾ ਕੀਤੀ, ਰੰਗ ਰੂਪ ਸੋਹਣਾ ਦਿੱਤਾ, ਲੀੜੇ ਕੱਪੜੇ ਰੱਬ ਨੇ ਸੋਹਣੇ ਪਾਉਣ ਨੂੰ ਦਿੱਤੇ ਆ, ਤੇ ਹੁਣ ਜੁੜੋ ਫਿਰ ਉਹਦੇ ਨਾਲ, ਅਕਾਲ ਪੁਰਖ ਦੇ ਨਾਲ। ਛੱਡੋ ਦੁਨੀਆ ਵਾਲਾ ਪਾਸਾ ਜੀ। ਹਾਂਜੀ, ਕਿਆ ਲਾਭ ਆ ਜੀ ਉਹਦਾ? ਕੋਈ ਫਾਇਦਾ ਹੈਗਾ ਜੀ ਉਹਦਾ? ਆਪਣੇ ਮਨ ਨੂੰ ਵਿਕਾਰੀ ਬਣਾਉਣਾ, ਦੂਜਿਆਂ ਦੇ ਮਨ ਨੂੰ ਵਿਕਾਰੀ ਬਣਾਉਣ, ਕਿਆ ਫਾਇਦਾ ਹੈਗਾ? ਸਿਰ 'ਤੇ ਪਾਪ ਚੁੱਕਣਾ ਜੀ। ਮਹਾਰਾਜ ਨੇ ਸਾਨੂੰ ਸਮੱਤ ਦਿੱਤੀ, ਸਮਝਾਇਆ। ਗੁਰੂ ਜੀ ਕਹਿੰਦੇ ਵਿਖਿਆ ਰੰਗ ਕੂੜਾਵਿਆ, ਮਾਇਆ ਦੇ ਰੰਗ ਝੂਠੇ ਜੇ ਬਚ ਕੇ ਰਿਓ। ਮਹਾਰਾਜ ਕਹਿੰਦੇ ਆ ਬਚ ਕੇ ਰਿਓ, ਬੜੇ ਜ਼ਹਿਰੀਲੇ ਜੇ, ਬੜੇ ਖਤਰਨਾਕ ਜੇ। ਮਹਾਰਾਜ ਕਹਿੰਦੇ ਆ ਪਰ ਜਦੋਂ ਕੋਈ ਉੱਪਰਲੇ ਜਪਾਂ ਤਪਾਂ ਵਿੱਚ ਪਾਸ ਹੁੰਦਾ ਤੇ ਫੇਰ ਉਹਨੂੰ ਸਮਝ ਆਉਂਦੀ ਜੀ ਇਹਨਾਂ ਗੱਲਾਂ ਦੀ। ਨਹੀਂ ਤੇ ਜ਼ਿੰਦਗੀ ਲੋਕ ਇਸ ਤਰ੍ਹਾਂ ਹੀ ਬਰਬਾਦ ਕਰੀ ਜਾਂਦੇ ਜੀ, ਇਸ ਤਰ੍ਹਾਂ ਹੀ ਬਰਬਾਦ ਕਰੀ ਜਾਂਦੇ ਆ। ਵਿਖਿਆ ਰੰਗ ਕੂੜਾਵਿਆ, ਦਿਸਨ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਨਾਮ ਅੰਮ੍ਰਿਤ ਪਰਮੇਸ਼ਰ ਦਾ ਜਿਹੜਾ, ਇਹ ਸਭ ਤੋਂ ਸੋਹਣਾ ਜੇ। ਇਹ ਜੇ ਸੁੱਖ ਦੇਣ ਵਾਲਾ, ਇਹ ਜੇ ਸ਼ਾਂਤੀ ਦੇਣ ਵਾਲਾ, ਇਹ ਜੇ ਲੋਕ ਪਰਲੋਕ ਸਫਲਾ ਕਰਨ ਵਾਲਾ। ਨਾਮ ਦੀ ਬੂੰਦ ਜਿਹੜੀ ਹੈ, ਸੱਚੇ ਪਾਤਸ਼ਾਹ ਮਾਰੇ ਕਿਤੇ ਕਿਸੇ ਮਹਾਂਪੁਰਖ ਦੀ ਸੰਗਤ ਕਰੋ, ਕਿਸੇ ਗੁਰੂ ਦੇ ਪਿਆਰੇ ਕੋਲ ਬੈਠੋ, ਉਹ ਤੁਹਾਨੂੰ ਤੁਹਾਡੇ ਰੱਬ ਦੀਆਂ ਗੱਲਾਂ ਸੁਣਾਵੇਗਾ ਜੀ। ਉਹ ਤੁਹਾਨੂੰ ਤੁਹਾਡੇ ਰੱਬ ਦੀਆਂ ਗੱਲਾਂ ਸੁਣਾਵੇਗਾ, ਗੁਰੂ ਦੇ ਬਚਨ ਸੁਣਾਵੇਗਾ। ਸੰਤ ਕਾਹਦਾ ਜੇ ਰੱਬ ਦੇ ਘਰ ਦੀਆਂ ਗੱਲਾਂ ਨਹੀਂ ਕਰਦਾ ਜੀ? ਸਾਧੂ ਕਾਹਦਾ ਜੇ ਆਪ ਨਾਮ ਨਹੀਂ ਜਪਦਾ ਤੇ ਦੂਜਿਆਂ ਨੂੰ ਨਾਮ ਨਹੀਂ ਜਪਾਉਂਦਾ, ਆਪਣੇ ਅਕਾਲ ਪੁਰਖ ਦੀਆਂ ਵਡਿਆਈਆਂ ਨਾਲ ਨਹੀਂ ਜੁੜਿਆ? ਕਾਹਦਾ ਸਾਧੂ ਹੈਗਾ ਜੀ ਫਿਰ ਉਹ ਜੀ? ਕਿਸ ਗੱਲ ਦਾ ਸਾਧੂ ਹੈ ਜੀ ਉਹ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਮਹਾਂਪੁਰਖ ਦੇ ਕੋਲ ਬੈਠੋ ਤੇ ਉਹਦੇ ਕੋਲੋਂ ਫਿਰ ਅਕਾਲ ਪੁਰਖ ਦੀਆਂ ਵਡਿਆਈਆਂ ਸੁਣੋ। ਉਹ ਨਾਮ ਅੰਮ੍ਰਿਤ ਬੂੰਦ ਜਿਹੜੀ ਬੜੀ ਸੋਹਣੀ ਜੇ, ਬੜੀ ਸੁਹਾਵਣੀ ਜੇ, ਤੇ ਬੜੀ ਸੁਖਦਾਈ ਜੇ। ਜੇ ਤੁਸਾਂ ਪੀਣੀ ਆ ਤੇ ਕਿਸੇ ਗੁਰੂ ਦੇ ਪਿਆਰੇ ਦੇ ਕੋਲ ਬੈਠੋ, ਕਹਿੰਦੇ ਜਾ ਕੇ ਮਿਲੋ, ਕਿਤੇ ਜਾ ਕੇ ਵੇਖਿਓ ਫਿਰ ਉਹਨਾਂ ਜਪਣ ਵਾਲਿਆਂ ਦੇ ਕੋਲ ਸੁਣ ਸੁਣ ਕੇ ਕਿੰਨਾ ਪਿਆਰ ਪ੍ਰਾਪਤ ਹੁੰਦਾ ਜੀ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਪ੍ਰਭੂ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਬੜਾ ਸਮਰੱਥ ਹੈ, ਸਭ ਕੁਝ ਕਰਨ ਦੇ ਯੋਗ ਹੈ। ਉਹ ਪੁਰਖ ਹੈ, ਹਰ ਥਾਂ ਤੇ ਉਹਦੀ ਸ਼ਕਤੀ ਮੌਜੂਦ ਹੈ, ਤੇ ਫਿਰ ਉਹਦਾ ਅੰਤ ਪਾਰਾਵਾਰ ਨਹੀਂ ਜੇ ਕੋਈ ਹੈਗਾ। ਉਹ ਬਹੁਤ ਬੇਅੰਤ ਹੈ, ਬਹੁਤ ਬੇਅੰਤ, ਬਹੁਤ ਹੀ ਬੇਅੰਤ ਹੈ ਜੀ ਉਹ। ਤੇ ਉਸ ਦੀ ਕਿਰਪਾ ਦੇ ਨਾਲ ਘਣੇ ਜੰਗਲਾਂ ਦੇ ਵਿੱਚ ਬੜੇ ਬੜੇ ਪੁਰਾਣੇ ਬਿਰਛ ਜਿਹੜੇ ਆ ਨਾ ਜੀ, ਹਰੇ ਭਰੇ ਨੇ, ਉਹਨਾਂ ਨੂੰ ਫਲ ਵੀ ਲੱਗਦੇ ਤੇ ਫੁੱਲ ਵੀ ਲੱਗਦੇ ਜੀ। ਫੁੱਲ ਵੀ ਲੱਗਦੇ ਤੇ ਫਲ ਵੀ ਲੱਗਦੇ ਨੇ। ਘਾਹ ਤੋਂ ਲੈ ਕੇ ਪੂਰੀ ਦੀ ਪੂਰੀ ਬਨਾਸਪਤੀ ਉਹਦੀ ਕਿਰਪਾ। ਦੱਸੋ ਜੰਗਲਾਂ ਦੇ ਵਿੱਚ ਕੌਣ ਪਾਲਦਾ ਜੀ ਬੂਟਿਆਂ ਨੂੰ ਜੀ? ਘਰ ਅਸੀਂ ਬੂਟਾ ਲਾਉਂਦੇ, ਪਾਣੀ ਪਾਉਂਦੇ, ਗੋਡੀਆਂ ਕਰਦੇ ਹਾਂ, ਖਪਦੇ ਹਾਂ, ਫਿਰ ਉਹ ਸੁੱਕਣ ਪੈਂਦੇ ਨੇ, ਦਵਾਈਆਂ ਪਾਉਣੀਆਂ ਪੈਂਦੀਆਂ ਜੀ, ਸਿਉਂਕ ਲੱਗ ਗਈ ਜੀ ਇਹਨਾਂ ਨੂੰ ਜੀ। ਤੇ ਉੱਥੇ ਚਾਰ ਚਫੇਰਾ ਹਰਿਆਵਲਤਾ। ਜੇ ਉਹ ਘਣੇ ਜੰਗਲਾਂ ਨੂੰ ਹਰੇ ਭਰੇ ਕਰ ਸਕਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਤੈਨੂੰ ਨਹੀਂ ਕਰ ਸਕਦਾ ਹੈ? ਤੂੰ ਉਸ ਦੇ ਚਰਨਾਂ ਨਾਲ ਜੁੜ, ਜਪ ਉਸ ਦਾ ਨਾਮ, ਹਰਿ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਤੂੰ ਵੀ ਉਸ ਦਾ ਨਾਮ ਜਪ ਜਪ ਕੇ ਹਰਿਆ ਹੋ। ਉਹ ਬੜਾ ਸਮਰਾਥੀ, ਬੜੀਆਂ ਸ਼ਕਤੀਆਂ ਦਾ ਮਾਲਕੀ ਤੇ ਬੜਾ ਬੇਅੰਤੀ ਪਰਮੇਸ਼ਰ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਤੇ ਜਦੋਂ ਆਪਾਂ ਬਾਰ-ਬਾਰ ਇਹ ਬਚਨ ਸੁਣਾਂਗੇ ਨਾ, ਤੇ ਜਗਿਆਸੂ ਦੇ ਅੰਦਰ ਫਿਰ ਪ੍ਰੇਮ ਵੱਧਦਾ ਜੀ। ਆਪਣੇ ਮਾਲਕ ਦੀਆਂ, ਆਪਣੇ ਪ੍ਰਭੂ ਦੀਆਂ,
ਆਪਣੇ ਅਕਾਲ ਪੁਰਖ ਦੀਆਂ ਪ੍ਰਮਾਤਮਾ ਦੀਆਂ ਵਡਿਆਈਆਂ ਸੁਣ ਸੁਣ ਕੇ ਤੇ ਫਿਰ ਜੀ ਕਰਦਾ ਜੀ, ਹਰ ਮਿਲਣੇ ਨੂੰ ਮਨ ਲੋਚਦਾ। ਤੁਸੀਂ ਸੁਣੀ ਚਲੋ ਵਾਹਿਗੁਰੂ ਦੀ ਸਿਫਤ ਸੁਣੀ ਚਲੋ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਦਿਆਲ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਬਾਰ ਬਾਰ ਜਦੋਂ ਤੁਸੀਂ ਆਪਣੇ ਮਾਲਕ ਪ੍ਰਭੂ ਦੀਆਂ ਸਿਫਤਾਂ ਸੁਣੋਗੇ ਨਾ, ਫਿਰ ਮਿਲਣ ਨੂੰ ਜੀ ਕਰੇਗਾ ਉਸ ਮਾਲਕ ਨੂੰ, ਉਸ ਪਿਆਰੇ ਪਰਮੇਸ਼ਰ ਨੂੰ, ਉਸ ਦਾਤੇ ਨੂੰ ਜਿਹਨੇ ਮੈਨੂੰ ਬਣਾਇਆ, ਸਾਜਿਆ, ਸਵਾਰਿਆ, ਸ਼ਿੰਗਾਰਿਆ, ਇਹਨੇ ਸੁੱਖ ਦਿੱਤੇ ਆ। ਉਸ ਪ੍ਰਭੂ ਨਾਲ ਕਿਤੇ ਮੇਲਾ ਹੋ ਜਾਵੇ, ਉਸ ਵਾਹਿਗੁਰੂ ਨਾਲ ਕਿਤੇ ਮਿਲਾਪ ਹੋ ਜਾਵੇ, ਜਿਹਦੀ ਤੁਸੀਂ ਵਡਿਆਈ ਸੁਣੋਗੇ ਉਹਨੂੰ ਮਿਲਣ ਨੂੰ ਤੇ ਜ਼ਰੂਰ ਜੀ ਕਰੇਗਾ ਜੀ, ਜ਼ਰੂਰ ਜੀ ਕਰੇਗਾ, ਖਿੱਚ ਪਵੇਗੀ ਮਨ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਆਪਣੇ ਮਨ ਵਿੱਚ ਤੁਸੀਂ ਲੋਚਾ ਪੈਦਾ ਕਰੋ ਜੀ, ਪਰ ਮੈਂ ਆਪਣੇ ਪ੍ਰਭੂ ਨੂੰ, ਆਪਣੇ ਰੱਬ ਨੂੰ, ਆਪਣੇ ਪਰਮੇਸ਼ਰ ਨੂੰ, ਆਪਣੇ ਪਾਲਣਹਾਰ ਨੂੰ, ਆਪਣੇ ਵਾਹਿਗੁਰੂ ਜੀ ਨੂੰ ਮਿਲਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਲੋਚਾ ਆਪਣੇ ਅੰਦਰ ਬਣਾ ਲਓ, ਇੱਕ ਦਿਨ ਸਮਾਂ ਆਏਗਾ ਉਹਦੀ ਮਿਹਰ ਵਰਤੇਗੀ ਜੀ। ਕਰਮ ਦਾ ਅਰਥ ਹੁੰਦਾ ਬਖਸ਼ਿਸ਼, ਉਹਦੀ ਬਖਸ਼ਿਸ਼ ਹੋਏਗੀ, ਉਹਦੀ ਬਖਸ਼ਿਸ਼ ਜਿਹੜੀ ਤੁਹਾਨੂੰ ਉਹਦੇ ਨਾਲ ਮਿਲਾ ਦੇਵੇਗੀ ਜੀ। ਹਰ ਮਿਲਣੇ ਨੂੰ ਮਨ ਲੋਚਦਾ। ਤੁਸੀਂ ਵੇਖੋ ਭਲਾ ਕਿੰਨਿਆਂ ਕੁ ਜਣਿਆਂ ਦਾ ਤੁਹਾਡਾ ਜੀ ਕਰਦਾ ਰੱਬ ਨੂੰ ਮਿਲਣ ਨੂੰ, ਸੋਚ ਕੇ ਦੱਸਿਓ ਜਰਾ, ਕੋਈ ਹੈ ਬੰਦਾ ਵਿੱਚ ਰੱਬ ਨੂੰ ਮਿਲਣ ਵਾਲਾ ਜੀ? ਹਾਂਜੀ, ਮਹਾਰਾਜ ਅਕਾਲ ਪੁਰਖ ਜੀ ਸੱਚਖੰਡ ਦੇ ਵਿੱਚ ਬੈਠੇ ਤੇ ਨਾਰਦ ਮੁਨੀ ਜੀ ਉੱਥੇ ਚਲੇ ਗਏ ਜੀ। ਨਾਰਦ ਮੁਨੀ ਇੱਕ ਇਹੋ ਜਿਹਾ ਭਗਤ ਹੈ ਜਿਹਨੂੰ ਹਰ ਵੇਲੇ ਦਰਗਾਹ 'ਚ ਸੱਚਖੰਡ 'ਚ ਜਾਣ ਦੀ ਇਜਾਜ਼ਤ ਹੈ ਜੀ। ਲੋਕਾਂ ਤੋਂ ਵੈਸੇ ਟਿਚਕਰੀਆਂ ਬਣਾਈਆਂ ਉਹਦੇ ਨਾਮ 'ਤੇ, ਜਿਹੜਾ ਪਿੰਡਾਂ 'ਚ ਵੱਡਾ ਚੁਗਲ ਹੋਵੇ ਲੋਕੀ ਆਖਣਗੇ ਨਾਰਦ ਹੀ ਇਹ ਹਾਂਜੀ। ਅਤੇ ਨਾਰਦ ਮੁਨੀ ਬੜੇ ਵੱਡੇ ਪੁਰਾਣੇ ਭਗਤ ਨੇ ਜੀ, ਬਾਣੀ ਵਿੱਚ ਉਹਨਾਂ ਦਾ ਨਾਮ ਬਹੁਤ ਆਉਂਦਾ। ਉਹ ਚਲੇ ਗਏ ਅਕਾਲ ਪੁਰਖ ਦੇ ਕੋਲ, ਅਤੇ ਅਕਾਲ ਪੁਰਖ ਪ੍ਰਭੂ ਜੀ ਇਕੱਲੇ ਬੈਠੇ ਜੀ। ਨਾਰਦ ਮੁਨੀ ਜੀ ਕਹਿੰਦੇ ਮਹਾਰਾਜ ਕੀ ਗੱਲ ਇਕੱਲੇ ਬੈਠੇ ਜੇ? ਮਹਾਰਾਜ ਕਹਿੰਦੇ ਮੇਰੇ ਕੋਲ ਆ ਕੇ ਕੋਈ ਖੁਸ਼ ਨਹੀਂ ਹੈਗਾ ਤੇ ਇਕੱਲੇ ਹੀ ਬਹਿਣਾ ਹੈ? ਕਹਿੰਦੇ ਨਹੀਂ ਨਹੀਂ ਮਹਾਰਾਜ, ਥੱਲੇ ਤੇ ਬੜੇ ਜਪ ਤਪ ਹੋ ਰਹੇ ਨੇ, ਬੜੇ ਭਜਨ ਪਾਠ ਹੋ ਰਹੇ ਨੇ, ਬੜੇ ਸਤਸੰਗ ਹੋ ਰਹੇ ਨੇ, ਵੀ ਪਰਮੇਸ਼ਰ ਨੂੰ ਮਿਲਣਾ, ਰੱਬ ਨੂੰ ਮਿਲਣਾ। ਕਹਿਣ ਲੱਗੇ ਵੇਖ ਲਾ ਫਿਰ ਤੇਰੇ ਸਾਹਮਣੇ ਹੀ, ਇੱਥੇ ਤਾਂ ਕੋਈ ਨਹੀਂ ਹੈਗਾ। ਅਤੇ ਕਹਿਣ ਲੱਗੇ ਵੀ ਨਹੀਂ ਮਹਾਰਾਜ ਮੈਂ ਜਾਣਾ, ਮੈਂ ਕਿੰਨਿਆਂ ਸਾਰਿਆਂ ਨੂੰ ਲੈ ਕੇ ਆਉਣਾ ਜੀ। ਨਾਰਦ ਮੁਨੀ ਜੀ ਆਏ, ਜਿਹਨੂੰ ਆਖਣ ਨੂੰ ਆਖਿਆ ਵੀ ਭਲਿਆ ਲੋਕਾ ਜੇ ਸੱਚਖੰਡ ਜਾਣ ਦਾ ਟਾਈਮ ਥੋੜ੍ਹਾ ਹੈਗਾ ਅਜੇ। ਉਹਨੇ ਆਖਿਆ ਮੈਂ ਸਣ ਦੇ ਹੀ ਲੈ ਜਾਣਾ ਤੁਹਾਨੂੰ, ਰੱਬ ਕੋਲੋਂ ਆਗਿਆ ਲੈ ਕੇ ਆਇਆ। ਉਹਨਾਂ ਨਹੀਂ ਜੀ ਅਜੇ ਨਹੀਂ ਟਾਈਮ ਹੈਗਾ ਸਾਡੇ ਕੋਲ। ਉਹਨੇ ਆਖਿਆ ਵੀ ਦੁਨੀਆਦਾਰ ਲੋਕ ਇਹਨਾਂ ਤੇ ਮੰਨਣਾ ਨਹੀਂ, 5-7 ਬਾਬੇ ਹੀ ਲੱਭੀਏ। ਹਾਂਜੀ, ਉਹ ਜਦੋਂ ਬਾਬਿਆਂ ਕੋਲ ਗਿਆ ਤੇ ਬਾਬਿਆਂ ਦੇ ਤੇ ਚੇਲੇ ਹੀ ਇਹਨੇ ਜੀ, ਤੇ ਬਾਬਿਆਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ 2-2 ਕਰੋੜ ਦੀਆਂ ਜੀ, ਵੱਡੇ ਵੱਡੇ ਬਾਬਿਆਂ ਦੇ ਕਾਰੋਬਾਰ। ਉਹ ਨਾਰਦ ਮੁਨੀ ਆਂਦੇ ਜੀ ਮੈਂ ਰੱਬ ਕੋਲੋਂ ਆਗਿਆ ਲੈ ਕੇ ਆਇਆ ਬਾਬਾ ਜੀ, ਚੱਲੀਏ ਸੱਚਖੰਡ। ਉਹਨੇ ਭਲਾ ਲੋਕ ਨਾ ਹੋਏ, ਸੱਚਖੰਡ ਅਜੇ ਥੋੜ੍ਹਾ ਜਾਣ ਦਾ ਟਾਈਮ ਹੈਗਾ, ਅਜੇ ਸੇਵਾ ਬੜੀ ਕਰਾਉਣ ਵਾਲੀ ਰਹਿੰਦੀ ਆ, ਅਜੇ ਫਲਾਨਾ ਕੰਮ ਰਹਿੰਦਾ ਜੀ। ਮੁੱਕ ਦੀ ਗੱਲ ਕੋਈ ਨਾ ਮੰਨਿਆ ਜੀ। ਅਤੇ ਨਾਰਦ ਮੁਨੀ ਉਦਾਸ ਤੁਰਿਆ ਆਉਂਦਾ। ਇੱਕ ਬੁੱਢਾ ਉਹਦੇ ਪੋਤਰਿਆਂ ਨੇ ਕੁੱਟ ਕੇ ਘਰੋਂ ਕੱਢ ਕੇ ਬੂਹੇ ਅੱਗੇ ਬਿਠਾਇਆ ਜੀ, ਨਾਲੇ ਉਹ ਰੋਵੇ ਅਤੇ ਨਾਲੇ ਕੱਢੇ ਗਾਲਾਂ ਸਾਰੇ ਟੱਬਰ ਨੂੰ। ਅਤੇ ਨਾਰਦ ਮੁਨੀ ਨੇ ਸੋਚਿਆ ਵੀ ਚਲੋ ਹੋਰ ਕੋਈ ਨਹੀਂ ਮਿਲਿਆ, ਆਹ ਤਾਂ ਮਿਲ ਹੀ ਗਿਆ ਨਾ ਜੀ, ਇਹ ਬੜਾ ਦੁਖੀ ਹੈਗਾ। ਉਹ ਵੱਡੀਆਂ ਵੱਡੀਆਂ ਗਾਲਾਂ ਕੱਢੇ ਮੁੰਡਿਆਂ ਨੂੰ, ਪੋਤਰਿਆਂ ਨੂੰ, ਇਹਨਾਂ ਦਾ ਬੇੜਾ ਗਰਕ ਹੋ ਜੇ, ਸਾਰੀ ਉਮਰ ਮੈਂ ਖੱਪ ਕੇ ਮਰ ਗਿਆ ਇਹਨਾਂ ਵਾਸਤੇ, ਕੋਈ ਇਹੋ ਜਿਹਾ ਮਾੜਾ ਕੰਮ ਨਹੀਂ ਜਿਹੜਾ ਮੈਂ ਨਹੀਂ ਕੀਤਾ। ਪੁੱਤਰਾਂ ਕਰਦੇ ਲੋਕ, ਕੋਈ ਵਿਰਲਾ ਹੋਏਗਾ ਜਿਹੜਾ ਨਹੀਂ ਕਰਦਾ ਜੀ। ਮੈਂ ਇੰਨੇ ਬੁਰੇ ਕੰਮ ਇਹਨਾਂ ਵਾਸਤੇ ਕੀਤੇ, ਨਲਾਇਕ ਹੁਣ ਮੈਨੂੰ ਘਰ ਨਹੀਂ ਰੱਖਦੇ। ਘੁੱਟ ਕੇ ਕਹਿੰਦਾ ਘਰੋਂ ਕੱਢਿਆ। ਨਾਰਦ ਮੁਨੀ ਜੀ ਨੇ ਹਾਲ ਚਾਲ ਪੁੱਛਿਆ, ਉਹ ਰੋ ਕੇ ਦੱਸੇ ਤੇ ਨਾਲੇ ਦੇ ਗਾਲ ਤੇ ਗਾਲ ਜੀ। ਤੇ ਨਾਰਦ ਮੁਨੀ ਜੀ ਕਹਿੰਦੇ ਬਾਪੂ ਜੀ ਮੈਂ ਆਇਆ ਜੇ ਅਕਾਲ ਪੁਰਖ ਦੇ ਕੋਲੋਂ, ਰੱਬ ਦੇ ਕੋਲੋਂ, ਤੇ ਮੈਨੂੰ ਅਕਾਲ ਪੁਰਖ ਨੇ ਕਿਹਾ ਵੀ ਜਿਹਨੂੰ ਮਰਜ਼ੀ ਲਿਆ ਦਰਗਾਹ ਵਿੱਚ ਤੈਨੂੰ ਖੁੱਲ੍ਹੀ ਛੁੱਟੀ ਆ, ਤੇ ਤੇਰਾ ਪੁੱਤਾਂ ਨੇ ਵੀ ਗੁਣ ਨਹੀਂ ਜਾਣਿਆ ਤੇ ਪੋਤਰਿਆਂ ਵੀ ਨਹੀਂ ਜਾਣਿਆ, ਤੇ ਨਹੁੰਆਂ ਤੈਨੂੰ ਰੋਟੀ ਨਹੀਂ ਦਿੰਦੀਆਂ, ਬੜੀ ਬੁਰੀ ਹਾਲਤ ਆ, ਚੱਲ ਮੇਰੇ ਨਾਲ। ਕਹਿੰਦਾ ਤੈਨੂੰ ਮੈਂ ਸੱਚਖੰਡ ਲੈ ਜਾ। ਬੁੱਢੇ ਨੇ ਕੱਢੀਆਂ ਅੱਖਾਂ ਨਾਰਦ ਮੁਨੀ ਵੱਲ ਜੀ,
ਕਹਿੰਦਾ ਮੂਰਖ ਨਾ ਹੋਵੇ, ਕਿੱਥੋਂ ਆ ਗਿਆ, ਘਰਾਂ 'ਚ ਇਹੋ ਜਿਹੇ ਰੌਲੇ ਰੱਪੇ ਕਹਿੰਦਾ ਪੈਂਦੇ ਰਹਿੰਦੇ ਆ। ਕੀ ਹੋ ਗਿਆ, ਮੇਰੇ ਪੋਤਰੇ ਨੇ 4 ਗਾਲਾਂ ਕੱਢੀਆਂ ਤੇ 2-4 ਧੱਕੇ ਮਾਰਦੇ, ਗੋਡੇ ਮਾਰਦੇ, ਇਸੇ ਗੱਲੋਂ ਕਹਿੰਦਾ ਸੱਚਖੰਡ ਨੂੰ ਚਲੇ ਜਾਈਦਾ ਹੁੰਦਾ। ਕਹਿੰਦਾ ਮੈਂ ਕੋਈ ਕਹਿੰਦਾ ਕੋਈ ਖਾਨਾ ਬਦੋਸ਼ ਆ ਜਿਹਨੂੰ ਤੂੰ ਆਖਣ ਡਿਆ ਵੀ ਸੱਚਖੰਡ ਚੱਲੀਏ ਹੈਂ? ਇਹ ਘਰਾਂ 'ਚ ਤੇ 100 ਇਹੋ ਜਿਹੀਆਂ ਗੱਲਾਂ ਹੁੰਦੀਆਂ, ਇਹੋ ਜਿਹੀਆਂ ਗੱਲਾਂ ਤੋਂ ਸੱਚਖੰਡ ਨੂੰ ਚਲੇ ਜਾਈਦਾ ਹੁੰਦਾ। ਕਹਿੰਦਾ ਜਾ ਭਾਜਾ ਕਰਨ ਲੱਗਾ ਮੇਰੇ ਕੋਲੋਂ। ਉਹ ਨਾਰਦ ਮੁਨੀ ਜੀ ਵਿਚਾਰੇ ਉਦਾਸ ਇਕੱਲੇ ਹੀ ਚਲੇ ਗਏ ਜੀ। ਹਾਂਜੀ ਸੰਗਤ ਜੀ, ਇਹ ਤਾਂ ਕੋਈ ਵਿਰਲਾ ਹੀ ਆ ਜਿਹੜਾ ਹਰ ਮਿਲਣੇ ਨੂੰ ਮਨ ਲੋਚਦਾ। ਤੇ ਆਪਾਂ ਉਸ ਬੁੱਢੇ ਤੇ ਹੱਸਦੇ। ਮੇਰਾ ਖਿਆਲ ਜੇ ਕਿਤੇ ਨਾਰਦ ਮੁਨੀ ਆ ਜੇ ਆਪਾਂ ਨੂੰ ਵੀ ਆਖੇ ਤੇ ਆਪਾਂ ਵੀ ਇਹੀ ਆਲੇ ਟਾਲੇ ਹੀ ਕਰਨੇ ਜੀ। ਇਹ ਤੇ ਪਤਾ ਉਦੋਂ ਲੱਗਦਾ ਜਦੋਂ ਗੱਲ ਆਮੋ ਸਾਹਮਣੀ ਹੋਵੇ। ਹਾਂਜੀ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਸੁਣ ਸੁਣ ਕੇ ਅੰਦਰ ਲੋਚਾ ਬਣੀ। ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਈ ਤੇਰੇ ਜਪਾਂ ਤਪਾਂ ਪੁੰਨਾਂ ਦਾਨਾਂ ਦੇ ਨਾਲ, ਤੇਰੀਆਂ ਚਤਰਾਈਆਂ ਦੇ ਨਾਲ ਰੱਬ ਨੇ ਨਹੀਂ ਮਿਲਣਾ। ਜਦੋਂ ਉਹਨੇ ਮਿਲਣਾ ਉਹਨੇ ਆਪਣੀ ਬਖਸ਼ਿਸ਼ ਦੇ ਨਾਲ ਮਿਲਣਾ, ਉਹਨੇ ਆਪਣੀ ਕਿਰਪਾ ਨਾਲ ਮਿਲਣਾ ਏ। ਤੋ ਕੰਮ ਹੀ ਇਹੋ ਜਿਹੇ ਕਰਿਆ ਕਰ, ਉਹਦੀ ਕਿਰਪਾ ਵਰਤੀ ਜਾਵੇ ਜੀ, ਵਰਤੀ ਜਾਵੇ। ਕਿਸ ਤਰ੍ਹਾਂ ਵਰਤੇਗੀ? ਨੀਵਾਂ ਹੋ ਜਾ, ਨਿਮਰਤਾ ਧਾਰਨ ਕਰ, ਚੇਤਨ ਨੂੰ ਨਰਮ ਕਰ, ਅੰਦਰ ਪਿਆਰ ਪੈਦਾ ਕਰ, ਉਸ ਵਾਹਿਗੁਰੂ ਦਾ ਪ੍ਰੇਮ ਆਪਣੇ ਮਨ ਤਨ ਵਿੱਚ ਵਸਾ, ਉਸ ਪਰਮੇਸ਼ਰ ਦੇ ਨਾਮ ਦਾ ਆਧਾਰ ਬਣਾ। ਮਾਇਆ ਦੇ ਜਿੰਨੇ ਝੂਠੇ ਰੰਗ ਕੂੜੇ ਹੈਗੇ ਇਹਨਾਂ ਤੋਂ ਬਚ ਤਗੜਾ ਹੋ ਕੇ, ਬਚ ਤਗੜਾ ਹੋ ਕੇ ਇਹਨਾਂ ਤੋਂ ਦਿਨ ਰਾਤ ਪਰਮੇਸ਼ਰ ਦਾ ਨਾਮ ਜਪ। ਮਹਾਂਪੁਰਖਾਂ ਨੂੰ ਮਿਲ ਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਛਕਿਆ ਕਰ। ਤੇਰੇ ਅੰਦਰ ਲੋਚਾ ਪੈਦਾ ਹੋਏਗੀ, ਬਖਸ਼ਿਸ਼ ਹੋਏਗੀ ਉਹਦੀ ਜ਼ਰੂਰ ਜੀ, ਹੋਏਗੀ ਜ਼ਰੂਰ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹੋਂ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਗੁਰਮੁਖਾਂ ਨੇ, ਗੁਰਸਿੱਖਾਂ ਨੇ, ਮਹਾਂਪੁਰਖਾਂ ਨੇ, ਭਗਤਾਂ ਨੇ, ਰੱਬ ਦੇ ਪਿਆਰਿਆਂ ਨੇ, ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਬਲਿਹਾਰ ਜਾਣਾ ਉਸ ਤੋਂ ਜੀ, ਬਲਿਹਾਰ ਜਾਣਾ ਹੈ। ਅਸਲੀ ਜ਼ਿੰਦਗੀ ਦੀ ਜਿਹੜੀ ਪ੍ਰਾਪਤੀ ਸੀ ਉਹ ਕਰ ਲਈ। ਤੇ ਸੱਚੇ ਪਾਤਸ਼ਾਹ ਮਹਾਰਾਜ ਹੁਣ ਅੱਗੇ ਹੋਰ ਬੜਾ ਸੌਖਾ ਤਰੀਕਾ ਦੱਸਦੇ ਜੇ। ਮਹਾਰਾਜ ਕਹਿੰਦੇ ਵੀ ਕਰਨਾ ਤੇ ਸਭ ਕੁਝ ਹੀ ਚਾਹੀਦਾ ਜਿਹੜਾ ਉੱਪਰ ਸਮਝਾਇਆ, ਪਰ ਜੇ ਉਹ ਕੁਝ ਨਹੀਂ ਕਰ ਸਕਦੇ ਤੁਸੀਂ ਤੇ ਇੰਨਾ ਤੇ ਕਰੋ, ਰੱਬ ਅੱਗੇ ਅਰਦਾਸ ਤੇ ਕਰਿਆ ਕਰੋ, ਅਰਦਾਸ ਤੇ ਕਰਿਆ ਕਰੋ। ਨਾਨਕ ਹਰ ਜੀ ਮਇਆ ਕਰ, ਵਾਹਿਗੁਰੂ ਕਿਰਪਾ ਕਰ। ਆ ਜਿਹੜੀਆਂ ਉੱਪਰ ਗੁਰੂ ਸਾਹਿਬ ਨੇ ਗੱਲਾਂ ਸਮਝਾਈਆਂ, ਮਿਹਰ ਕਰ, ਬਖਸ਼ਿਸ਼ ਕਰ, ਸਾਡੀ ਸਮਝ ਵਿੱਚ ਆ ਜਾਣ। ਮਇਆ ਦਾ ਅਰਥ ਹੁੰਦਾ ਮਿਹਰ। ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਹੇ ਵਾਹਿਗੁਰੂ ਜੀ ਮਿਹਰ ਕਰੋ, ਬਖਸ਼ਿਸ਼ ਕਰੋ, ਮੈਂ ਤੁਹਾਡੇ ਸ਼ਬਦ ਨਾਲ ਜੁੜ ਜਾਵਾਂ, ਨਾਮ ਨਾਲ ਜੁੜ ਜਾਵਾਂ। ਕਿਤੇ ਮੈਨੂੰ ਵੀ ਜ਼ਿੰਦਗੀ 'ਚ ਮੌਕਾ ਮਿਲ ਜੇ, ਮੈਂ ਵੀ ਆਪਣੇ ਆਪ ਨੂੰ ਸਵਾਰ ਲਵਾਂ। ਇਹ ਬਖਸ਼ਿਆ ਹੋਇਆ ਤੁਹਾਡਾ ਜਿਹੜਾ ਜਨਮ ਹੈ ਮੇਰਾ ਸਬਰ ਜਾਵੇ। ਇਹ ਮੇਰੇ ਉੱਤੇ ਮਿਹਰ ਕਰ ਦਿਓ ਸੱਚੇ ਪਾਤਸ਼ਾਹ, ਮੇਰੇ ਵਾਹਿਗੁਰੂ ਜੀ, ਪ੍ਰਭੂ ਜੀ, ਪਰਮੇਸ਼ਰ ਜੀ, ਪਰਮਾਤਮਾ ਜੀ, ਹਰੀ ਜੀ, ਕਿਰਪਾ ਕਰੋ, ਬਖਸ਼ਿਸ਼ ਕਰੋ, ਮਿਹਰ ਕਰੋ। ਤੇ ਮਹਾਰਾਜ ਕਹਿੰਦੇ ਸਾਵਣ ਤਿੰਨਾਂ ਸੁਹਾਗਣੇ ਜਿਨ ਰਾਮ ਨਾਮ ਔਰ ਹਾਰ। ਸਾਵਣ ਉਹਨਾਂ ਵਾਸਤੇ ਜੇ, ਕਿਉਂ ਸਾਵਣ ਬੜਾ ਸੁਹਾਵਣਾ ਸਮਾਂ ਹੈ। ਬੜੀ ਗਰਮੀ ਪਈ, ਬੜੀ ਤਪਸ਼ ਪਈ, ਸੜਦੀ ਧਰਤੀ ਦੇ ਉੱਤੇ ਜਦੋਂ ਮੀਂਹ ਪਿਆ, ਠੰਡ ਵਰਤੀ, 4 ਚਫੇਰੇ ਹਰਿਆਵਲਤਾ ਹੀ ਹਰਿਆਵਲਤਾ। ਇੱਥੋਂ ਫਿਰ ਸਿੱਖਿਆ ਮਿਲਦੀ ਚੰਗੀ ਵੀ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ, ਚੰਗਾ ਹੋਣਾ ਚਾਹੀਦਾ ਹੈ। ਤੇ ਸਾਵਣ ਤੇ ਸੁਹਾਗਣਾ ਦਾ ਹੀ ਆ ਨਾ ਜੀ, ਛੁੱਟੜ ਦਾ ਸਾਵਣ ਕਾਹਦਾ ਹੁੰਦਾ ਜੀ? ਹਾਂਜੀ, ਸਾਵਣ ਸੁਹਾਗਣਾ ਦਾ, ਜਿਨ੍ਹਾਂ ਦੇ ਕੋਲ ਨਿਮਰਤਾ ਹੈ, ਜਿਨ੍ਹਾਂ ਦਾ ਚਿੱਤ ਨਰਮ ਆ, ਜਿਨ੍ਹਾਂ ਦੇ ਅੰਦਰ ਪਿਆਰ ਆ, ਘਰ ਵਿੱਚ ਉਹਨਾਂ ਦੀ ਇੱਜ਼ਤ ਹੁੰਦੀ, ਉਹਨਾਂ ਦਾ ਸਤਿਕਾਰ ਹੁੰਦਾ ਹੈ, ਉਹਨਾਂ ਨੂੰ ਮਾਣ ਮਿਲਦਾ ਹੈ, ਉਹਨਾਂ ਵਾਸਤੇ ਸਾਵਣ ਆ। ਦੂਜਿਆਂ ਦਾ ਸਾਵਣ ਕਾਹਦਾ? ਤੇ ਸਾਵਣ ਉਹਨਾਂ ਗੁਰਮੁਖਾਂ ਵਾਸਤੇ, ਉਹਨਾਂ ਗੁਰਸਿੱਖਾਂ ਵਾਸਤੇ ਆ, ਉਹਨਾਂ ਭਗਤਾਂ ਵਾਸਤੇ ਆ ਜਿਨ੍ਹਾਂ ਨੇ ਗੁਰਬਾਣੀ ਦੇ ਬਚਨ ਪੜ੍ਹ ਕੇ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾ ਲਿਆ। ਸੰਗਤ ਜੀ, ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ, ਬੜਾ ਤੁਸੀਂ ਪਿਆਰ ਵਿਖਾਇਆ। 5-7-10 ਮਿੰਟ ਹੋਰ ਬੈਠੋ ਪ੍ਰੇਮ ਦੇ ਨਾਲ, ਫਿਰ ਲੰਗਰ ਪਾਣੀ ਤਿਆਰ ਹੈ, ਸਾਰਿਆਂ ਨੇ ਛਕ ਕੇ ਜਾਣਾ। ਗਿਆਨੀ ਜੀ, ਗਿਆਨੀ ਵਿਸ਼ਾਲ ਸਿੰਘ ਜੀ ਹੋਣੀ ਤੇ ਭਾਈ ਅਮਨਦੀਪ ਸਿੰਘ ਜੀ ਤੇ ਬਹੁਤ ਸਾਰੀ ਸੰਗਤ ਬੜੇ ਚਿਰਾਂ ਤੋਂ ਮੈਨੂੰ ਬਾਰ-ਬਾਰ ਕਹਿੰਦੇ ਭਾਈ ਜੀ ਤੁਸੀਂ ਆਪਣਾ ਪੱਕਾ ਟਾਈਮ ਕਰੋ। ਹਾਂਜੀ, ਤੇ ਸੰਗਤਾਂ ਜਿਹੜੀਆਂ ਆਉਂਦੇ ਨੇ ਬੈਠ ਕੇ ਚਲੇ ਜਾਂਦੇ ਆ, ਤੇ ਜੇ ਤੁਸੀਂ ਟਾਈਮ ਨਾਲ ਲੱਗੋਗੇ ਤੇ ਸੰਗਤ ਵੀ ਜ਼ਰੂਰ ਬੈਠੇਗੀ।
तुसां बड़ी किरपा कीती, बड़े प्रेम नाल बैठे हो, बड़े समय नाल आए हो, तो मैं भी समय दे नाल ही फतेह बुला देनी है। सच्चे पातशाह किरपा करन। ते बाकी अजे रागी जथे बेअंत है, जिन्हां नूं जरूरी है वो प्रशादा पानी छक के घरां नूं चले जिओ, ते जिन्हां कोल समा हैगा फेर आके बैठिओ, आके बैठ के गुरबाणी का कीर्तन सुनिओ। भाई दविंदर सिंह जी नरमान जी उन्होंने कीर्तन करना है, भाई जसबीर सिंह जी, ज्ञानी विशाल सिंह जी उन्होंने कथा करनी है, भाई कुलजीत सिंह जी नरोबी वाले। वेखो तुहाडे किड्डे चंगे कर्म आ, किन्ने वधिया वधिया कीर्तनीय गुरु जी की मेहर नाल किरपा दे नाल आउंदे ने, कीर्तन सुणाउंदे आ। इन्हां दा जोर लगदा ते आपां ते बैठ के सुनना ही है जी। हाँ जी, वध तो वध जीवन का लाहा प्राप्त करना। हुण 5 मिनट दे विच मेरे नाल सारे जने शब्द पढ़ो, तो फिर मैं दास फतेह बुलावांगा। पहला प्रशादा बीबियां ने छकना जाके, उस तो बाद सिंह एक आएगा, वो आपां नूं ਸਿੰਘਾਂ नूं आवाज़ देवेगा, तो फिर आपां सारे जाके प्रशादा छकांगे। हाँ जी, भाई भुपिंदर सिंह जी उन्होंने बेनती है, इन्हां दीयां ड्यूटियां बहुत ने, ये प्रशादा पानी छकन। जिन्ने भी रागी जथे आए ने इत्थे बैठे ने मेरे वीर, सारिਆਂ ने हाज़री भरनी है। किसी नूं भी ऐसा नहीं होएगा भी समा ना मिले। तो बस संगतां नूं बेनती भी लाभ लो। आ 2-3 नौजवान हुण आए ने, बड़ा रस भिन्ना कीर्तन करते हैं। महाराज दी इन्हां ते बड़ी मेहर है। सतगुरु किरपा करन, बख्शिश करन, मेहर करन। लो करो रसना पवित्र सारे जने ही, फिर दास फतेह बुलावांगे जी। कल असीं ना मम्मण के पिंड गए जी। साडे सत्कारयोग बाबा जी संत बाबा पाल सिंह जी, जिन्हां बड़ा भजन किया, नाम जपिया, अपने परिवार नूं उन्होंने नाम जपन लाया, भजन करन लाया जी। उन्होंने सतगुरु जी की सेवा विच लाया। सतगुरु जी की मेहर होई, बड़ा कीर्तन का आनंद बनिया जी। उत्थे साडे सत्कारयोग वड्डे भैन जी तरनताਰਨ रहिंदे ने, सतनाम कौर जी महापुरखां दे स्थान ते घर विच रहिंदे ने छोटे भैन जी। उत्थे बैठियां बैठियां ना 2 अंब मैनू भैन जी उन्होंने दिते। हाँ जी, संतां नूं बड़ा शौक सी, उन्होंने अपने डेरे अंबां दा बाग लाया, बड़े सोहणे सोहणे बूटे। जदों मैनू 2 अंब दिते ना, तो मैं आख्या जी मेरे हिस्से 2 अंब ही आउंदे आ। हाँ जी, एडा वड्डा मैं कहा बाग संतां ने लाया, तो तुसीं मेरियां भैणां, तो वेखो जी 2 अंब मेरे वास्ते। हाँ जी, वो भैन जी कहन लगे भी भलके नाले डेरे आके कीर्तन सुनांगे, तो नाले तुहाडे लई अंब लैके आवांगे जी। आए ने, बैठे ने। हाँ जी, सतगुर की मेहर है, नाले अंब भी लैके आए ने, मैनूं दे दिते आ। महाराज की बड़ी किरपा है। सतगुरु होर बख्शिश करन। महापुरखां दे दिल दा चाह सी भी रब ने मैनूं धीआं दित्तियां ते नाम जपिया करन जी, नाम जपिया करन। जाके वेखो अपने माता पिता की किन्नी शोभा वधाई है जी। हाँ जी, आंदे धीआं, मैं ना रब मेहर करे जिन्हां दे घर गुरमुख धीआं ना जी, 100 पुੱਤ नालों धीआं चंगियां जे। 100 पुੱਤ नालों धीआं चंगियां जे। धीआं आग्याकार ते सत वचनी होण। तरनताਰਨ जिथे संतां दा स्थान है जी, महापुरखां दा जिथे संस्कार किया उत्थे गुरु ग्रंथ साहिब दा प्रकाश है, ते माता जी दा जिथे संस्कार किया उत्थे सुखासन दा कमरा बनाया जी। तुसीं दसो संसार विच पुੱਤ इस तरह करदे जी? वो तो घरों कढ़ के किड्डी दूर जाके काम निबेड़ के आ जाते आ। उन्होंने उचेचे तौर पर कहते साडे माता पिता गुरमुख सन, भजनीक सन, बंदगी वाले सन। असीं उन्हां दी याद महाराज दे चरनां च बना के रखनी है जी। हाँ जी, तो घर जाके वेखियो सतगुर की हजूरी विच किस तरह उन्होंने सोहणे फोटो सजा के रखे ने। रोज़ उन्होंने कीर्तन सुणाउंदे ने, महाराज का नाम सुणाउंदे ने। अपने बच्चों नूं रब नाल जोड़ो, परमेश्वर नाल जोड़ो। मेरी माँ नूं शायद 10-12 साल हो गए शरीर छड्डे नूं। मैं गुरु ग्रंथ साहिब की हजूरी च तुहानूं दसदा, एक दिन नहीं इहो जिहा मेरी जिंदगी च आया जिद्दण मैं उन्हां दी अरदास ना कीती होवे जी। एक दिन मेरी जिंदगी च इहो जिहा नहीं हैगा जदों मैं उन्हां दी वाहिगुरू जी दे चरनां च अरदास ना कीती होवे। सच्चे पातशाह माता जी नूं अपने चरनां विच रखियो, माता जी नूं सुख शांति बख्शियो। हाँ जी, रब वाले पासे बच्चियां नूं लाओगे तुहाडी सुख मंगदे रहणगे, ते निरी पढ़ाई कराओगे, धंधियां विच लाओगे तो कुट्टणगे बड़ी चंगी तरह। लिहाज नहीं जे करना इन्हां ने। माया का नाम तुहां सुन लिया, विखिया विखिया रंग कूड़ाविया। विखिया का अर्थ हुंदा जहर, धंधियां दी जहर जिहदे विच वरदेगी उन्हें किसी का लिहाज नहीं जे करना जी।
ਕਿਸੇ ਦਾ ਲਿਹਾਜ਼ ਨਹੀਂ ਕਰਨਾ। ਲੋਭੀ ਬੰਦੇ ਵਾਸਤੇ ਕੋਈ ਮਾਂ ਪਿਓ ਨਹੀਂ ਜਿਹਾਗਾ ਜੀ, ਲੋਭੀ ਦਾ ਕੋਈ ਵਿਸ਼ਵਾਸ ਨਹੀਂ ਜਿਹਾਗਾ। ਆਪਣੇ ਪੁੱਤਾਂ ਨੂੰ ਪਰਮੇਸ਼ਰ ਦੇ ਪਾਸੇ ਲਾਓ, ਬਾਣੀ ਵਾਲੇ ਪਾਸੇ ਲਾਓ, ਸੇਵਾ ਸਿਮਰਨ ਵਿੱਚ ਲਾਓ। ਗੁਰੂ ਦੀ ਮਾਤ ਹਿਰਦੇ ਵਿੱਚ ਹੋਏਗੀ, ਤੁਹਾਡੀ ਇੱਜ਼ਤ ਕਰਨਗੇ, ਜਿਉਂਦਿਆਂ ਦੀ ਤੇ ਕਰਨਗੇ, ਮਰਿਆਂ ਦੀ ਵੀ ਕਰਨਗੇ ਉਹ ਤੁਹਾਡੀ ਇੱਜ਼ਤ ਜੀ। ਮਰਿਆਂ ਦੀ ਵੀ ਤੁਹਾਡੀ ਸੁੱਖ ਮੰਗਣਗੇ, ਰੱਬਾ ਮੇਰੀ ਮਾਂ ਦਾ ਭਲਾ ਕਰੇ, ਰੱਬਾ ਮੇਰੇ ਪਿਓ ਦਾ ਭਲਾ ਕਰੇ। ਹਾਂਜੀ, ਜੇ ਬਾਣੀ ਨਾਲ ਗੁਰੂ ਘਰ ਨਾਲ ਜੋੜੋਗੇ ਤਾਂ ਐਸਾ ਹੋਏਗਾ, ਨਹੀਂ ਤੇ ਨਹੀਂ ਹੋਏਗਾ ਜੀ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਹੁਣ ਸਾਰੀ ਸੰਗਤ ਨੇ ਬੜੇ ਪ੍ਰੇਮ ਨਾਲ ਪੜ੍ਹਨਾ ਤੇ ਫਿਰ ਪਹਿਲਾਂ ਬੀਬੀਆਂ ਜਾ ਕੇ ਪ੍ਰਸ਼ਾਦਾ ਛਕਿਓ। ਹਾਂਜੀ, ਮਗਰੋਂ ਫਿਰ ਸਿੰਘ ਸਾਰੇ ਪ੍ਰਸ਼ਾਦਾ ਛਕਣਗੇ। ਕੀਰਤਨ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਜੀ। ਸਾਰੇ ਜਥੇ ਗੁਰਬਾਣੀ ਦਾ ਕੀਰਤਨ ਕਰਨਗੇ। ਸੱਚੇ ਪਾਤਸ਼ਾਹ ਕਿਰਪਾ ਕਰਨ। ਜਪ ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ, ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ। ਜਪ ਹਰ ਭਵ ਜਲ ਤਰਨਾ, 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 ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ। ਜਹ ਹਰ ਸਿਮਰਨ ਪਾਇਆ, ਤਹ ਉਪਾਦ ਗਤ ਕੀਨੀ। ਜਹ ਹਰ ਸਿਮਰਨ ਪਾਇਆ, ਤਹ ਉਪਾਦ ਗਤ ਕੀਨੀ। ਜਹ ਹਰ ਸਿਮਰਨ ਪਾਇਆ, ਤਹ ਉਪਾਦ ਗਤ ਕੀਨੀ। ਜਹ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ। ਜਪ ਹਰ ਭਵ ਜਲ ਤਰਨਾ, 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 ਜਪ ਹਰ ਭਵ ਜਲ ਤਰਨਾ। ਜਹ ਹਰ ਸਿਮਰਨ ਪਿਆ, ਤਹ ਉਪਾਦ ਗਤ ਕੀਨੇ। ਜਹ ਹਰ ਸਿਮਰਨ ਪਿਆ, ਜਹ ਹਰ ਸਿਮਰਨ ਪਿਆ, ਤਹ ਉਪਾਦ ਗਤ ਕੀਨੇ। ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ। ਜਪ ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ, ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ। ਜਪ ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ, ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੇ। ਵੱਡ ਭਾਗੀ ਹਰ ਜਪਨਾ, 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 ਵੱਡ
ਵਡ ਭਾਗੀ ਹਰ ਜਪਨਾ। ਜਹ ਹਰ ਸਿਮਰਨ ਪਿਆ ਕਹਿ ਉਪਾਦ ਗਤ ਕੀਨੇ। ਜਹ ਹਰ ਵਡ ਭਾਗੀ ਹਰ ਜਪਨਾ। ਵਡ ਭਾਗੀ ਹਰ ਜਪਨਾ। ਵਡ ਭਾਗੀ ਹਰ ਜਪਨਾ। ਵਡ ਭਾਗੀ ਹਰ ਜਪਨਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਾਵ ਜਲ ਤਰਨਾ। ਜਪ ਹਰ ਭਵ ਜਲ ਤਰਨਾ। ਜਨ ਨਾਨਕ ਕੋ ਗੁਰ ਮਤ ਦੀਨੀ। ਜਪ ਹਰੇ ਭਵ ਜਲ ਤਰਨਾ। ਜਪ ਹਰ ਭਵ ਜਲ ਤਰਨਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ ਤਰਨਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਾਵ ਜਲ ਤਰਨਾ। ਜਨ ਨਾਨਕ ਕੋ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ। ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਿਨਾਮ ਸਦਾ ਸਤਿਨਾਮ। 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 ਜਪ ਮਨ ਸਤਿਨਾਮ। ਸਤਿਨਾਮ। ਜਪ ਮਨ ਸਤਿਨਾਮ। ਜਪ ਮਨ ਜਪ ਮਨ
ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਜਪ ਮਨ ਸਤਨਾਮ ਸਦਾ 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 ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮਨ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ 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 ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਦਾ ਸਤਨਾਮ 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 ਜਪ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ 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 ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਨੀ 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 ਦਾਨੀ ਬਗਾ ਬਗਾ ਗਮ ਬਗਾ ਨੀ ਸਾ 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 ਸਨੀ ਦਾ ਨੀ ਦਾ ਨੀ ਦਾ ਨੀ ਦਾ ਨੀ ਦਾ ਨੀ ਦਾ ਨੀ ਦਾ ਸਨੀ ਦਾ ਨੀ ਸਨੀ ਦਾ ਨੀ ਦਾ ਗਾ ਰੇ ਰੇ ਸਨੀ ਦਾ ਨੀ ਦਾ ਪਾ ਰੇ ਰੇ ਗਾ ਮ ਰੇ ਗਾ ਰੇ ਸਨੀ ਦਾ ਨੀ ਦਾ ਨੀ ਦਾ ਬਗਾ ਮ ਬਾ ਨੀ ਦਾ ਨੀ ਨੀ ਸਦਾ ਦਾ ਨੀ ਦਾ ਨੀ ਦਾ ਨੀ ਦਾ ਨੀ ਦਾ ਨੀ 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 ਦਾ ਨੀ 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 ਦਾ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ 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 ਸਤਨਾਮ 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 ਜਪ ਮਨ ਸਤਨਾਮ ਸਦਾ ਸਤਨਾਮ
ਹਾਲਤ ਪਾਲਤ ਮੁਖ ਉਜਲ ਹੋਈ ਹੈ। ਹਾਲਤ ਪਾਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਭਇਆ ਤਹੇ ਉਪਾਦ ਗਤ ਕੀਨੇ। ਵੱਡ ਭਾਗੇ ਹਰ ਜਪਨਾ। ਜਨ ਨਾਨਕ ਕਉ ਗੁਰ ਮਤਿ ਦੀਨੀ। ਜਪ ਹਰ ਭਵ ਜਲ ਤਰਨਾ। ਜਨ ਨਾਨਕ ਕਉ ਗੁਰ ਮਤਿ ਦੀਨੀ। ਜਪ ਹਰ ਭਵ ਜਲ ਤਰਨਾ। 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 ਹਰ ਸਿਮਰਨ ਪਿਆ ਤੈ ਉਪਾਦ ਗਤ ਕੀਨੇ। ਜਹ ਹਰ ਸਿਮਰਨ ਪਿਆ ਤੈ ਉਪਾਦ ਗਤ ਕੀਨੇ। ਵੱਡ ਭਾਗੇ ਹਰ ਜਪਨਾ। ਵੱਡ ਭਾਗੀ 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 ਹਰ ਜਪਨਾ। ਵੱਡ ਜਪਨਾ ਭਾਗੀ ਹਰ ਹਰ ਜਪਨਾ। ਵੱਡ ਵੱਡ ਭਾਗੀ ਹਰ ਜਪਨਾ। 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 ਹਰ ਜਪਨਾ। ਹਰ ਜਪਨਾ। ਹਰ ਜਪਨਾ। ਸਾਰੀ ਸੰਗਤ ਹੱਥ ਜੋੜ ਕੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਵਿੱਚ ਵੀ ਇਹੋ ਜਿਹਾ ਮੌਕਾ ਆਵੇ, ਸਾਡੇ ਵੀ ਕਿਤੇ ਭਾਗ ਵੱਡੇ ਬਣ ਜਾਣ ਤਾਂ ਅਸੀਂ ਵਾਹਿਗੁਰੂ ਜੀ ਆਪ ਜੀ ਦਾ ਨਾਮ ਜਪਿਆ ਕਰੀਏ, ਭਜਨ ਕਰਿਆ ਕਰੀਏ। ਸੰਗਤ ਜੀ ਬੜੀ ਦੂਰ ਦੂਰ ਤੱਕ ਸੰਗਤਾਂ ਗੁਰਬਾਣੀ ਦਾ ਕੀਰਤਨ ਸੁਣਦੇ, ਬੜੀ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਵਿੱਚ। ਇੱਕ ਸਿੰਘ ਅਮਰੀਕਾ ਦੇ ਵਿੱਚ ਹਰ ਬੁੱਧਵਾਰ ਕੀਰਤਨ ਸੁਣਦੇ ਨੇ ਜੀ, ਅਜੇ ਤੱਕ ਉਹ ਡੇਰੇ ਇੱਥੇ ਨਹੀਂ ਆਏ ਜੀ। ਉਹ ਹਰਿਆਣੇ ਦੇ ਵਸਨੀਕ ਨੇ ਅਤੇ ਸਰਦਾਰ ਇੰਦਰਜੀਤ ਸਿੰਘ ਉਹਨਾਂ ਦਾ ਨਾਮ, ਜਗਾਦਰੀ ਲਾਗੇ ਉਹਨਾਂ ਦਾ ਪਿੰਡ ਮੰਧਾਰ ਪਿੰਡ ਜੀ। ਕੀਰਤਨ ਸੁਣ ਸੁਣ ਕੇ ਉਹਨਾਂ ਦੇ ਮਨ ਵਿੱਚ ਪਿਆਰ ਵਸਿਆ ਅਤੇ ਅੱਜ ਤੁਹਾਡਾ ਸਾਰੀ ਸੰਗਤ ਦਾ ਲੰਗਰ ਉਹਨਾਂ ਨੇ ਅਮਰੀਕਾ 'ਚੋਂ ਖਰਚਾ ਭੇਜਿਆ ਜੀ, ਮਾਇਆ ਭੇਜੀ। ਅਤੇ ਕਈ ਮਹੀਨਿਆਂ ਤੋਂ ਬਾਰ-ਬਾਰ ਕਹਿ ਰਹੇ ਸੀ ਅਤੇ ਮੇਰਾ ਸੁਭਾਅ ਮੈਂ ਛੇਤੀ ਮੰਨਦਾ ਨਹੀਂ ਜੀ। ਤਾਂ ਮੈਨੂੰ ਇਹ ਫਿਕਰ ਹੁੰਦਾ ਏ ਕਿ ਜੇ ਕਿਤੇ ਢਿੱਲੇ ਮੱਠੇ ਕੰਮਕਾਰ ਮਾਇਆ ਵਾਲੇ ਦੀ ਤੁਹਾਨੂੰ ਰੋਟੀ ਖਵਾਤੀ ਤਾਂ ਦਲਿੱਦਰ ਪੈ ਜਾਣਾ ਜੀ, ਮੱਤ ਵਿਗੜ ਜਾਣੀ ਹੈ ਜੀ। ਮੈਂ ਬੜੀ ਪੁੱਛ-ਗਿੱਛ ਕਰਦਾ ਜੀ, ਜਿਹੜਾ ਬੰਦਾ ਆਖੇ ਨਾ ਲੰਗਰ ਦੀ ਸੇਵਾ ਕਰਨੀ ਆ, ਬੜੀ ਉਹਦੀ ਪੁੱਛ-ਗਿੱਛ ਕਰਦਾ ਵੀ ਤੇਰਾ ਕਾਰੋਬਾਰ ਕੀ ਆ, ਤੂੰ ਕਰਦਾ ਕੀ ਆ, ਤੇਰਾ ਵਿਹਾਰ ਕੀ ਆ, ਤੂੰ ਮੰਨਦਾ ਕਿਹਨੂੰ ਆ। ਕਿਉਂ ਮਹਾਰਾਜ ਦੇ ਬਚਨ ਨੇ, ਜਾਂ ਕੀ ਰਹਿਤ ਨਾ ਜਾਣੀਐ, ਹਰ ਨਾਮ ਨਾ ਹੀ ਇਹ ਵਸਾਏ,
ਜਿਸ ਮਨੁੱਖ ਦੀ ਰਹਿਤ ਦਾ ਨਹੀਂ ਸਾਨੂੰ ਪਤਾ ਵੀ ਉਹਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ, ਉਹ ਮੰਨਦਾ ਕਿਹਨੂੰ ਆ, ਕਰਦਾ ਕੀ ਆ, ਕਾਰੋਬਾਰ ਕੀ ਹੈ। ਜਾਂ ਕੀ ਰਹਿਤ ਨਾ ਜਾਣੀਏ, ਹਰ ਨਾਮ ਨਾ ਹੀਏ ਬਸਾਏ। ਜਿਹਨੇ ਗੁਰੂ ਕੋਲੋਂ ਮੰਤਰ ਲਿਆ ਹੀ ਨਹੀਂ, ਨਾਮ ਲਿਆ ਹੀ ਨਹੀਂ, ਕਦੇ ਜਪਦਾ ਹੀ ਨਹੀਂ, ਹਿਰਦੇ 'ਚ ਵਸਾਇਆ ਹੀ ਨਹੀਂ। ਦਸਵੇਂ ਪਾਤਸ਼ਾਹ ਕਹਿੰਦੇ ਪਾਣੀ ਤਾਂ ਕਿ ਹਾਥ ਕਾ ਮਦਰਾ ਸਮ ਹੋਏ ਜਾਏ। ਜੇ ਉਹ ਸਾਦੇ ਫਿੱਕੇ ਪਾਣੀ ਨੂੰ ਹੱਥ ਲਾ ਦੇ ਤੇ ਸਮਝੋ ਸ਼ਰਾਬ ਬਣ ਗਈ ਜੀ ਉਹ ਜੀ। ਇੰਨੇ ਅਪਵਿੱਤਰ ਹੱਥ ਨੇ ਉਸ ਬੰਦੇ ਦੇ। ਸੋ ਇਹ ਗੱਲ ਦੀ ਬੜੀ ਖੋਜ ਕਰਦੇ ਰਹੀਦਾ। ਇਹ ਸਿੱਖ ਬੜੇ ਪ੍ਰੇਮ ਵਾਲੇ ਲਗਾਤਾਰ ਬੈਠ ਕੇ ਸਰਦਾਰ ਇੰਦਰਜੀਤ ਸਿੰਘ ਜੀ ਕੀਰਤਨ ਸੁਣਦੇ ਨੇ ਤੇ ਬੜੀ ਨਿਮਰਤਾ ਦੇ ਨਾਲ ਉਹਨਾਂ ਨੇ ਮੈਨੂੰ ਬਾਰ-ਬਾਰ ਕਿਹਾ ਵੀ ਸਾਨੂੰ ਜ਼ਰੂਰ ਇਹ ਸੇਵਾ ਲੰਗਰ ਦੀ ਮਿਲੇ। ਅਸੀਂ ਕਹਿਣ ਲੱਗੇ ਪੂਰੇ ਧਿਆਨ ਨਾਲ ਕੀਰਤਨ ਸੁਣਦੇ, ਹਾਜ਼ਰੀ ਭਰਦੇ ਹਾਂ। ਤਾਂ ਉਹਨਾਂ ਬੜੇ ਪ੍ਰੇਮ ਦੇ ਨਾਲ ਆਪਣੀ ਕਿਰਤ ਵਿਰਤ ਕਰਕੇ ਉੱਥੋਂ ਉਹਨਾਂ ਮਾਇਆ ਭੇਜੀ। ਤੇ ਮਹਾਰਾਜ ਦੀ ਮਿਹਰ ਜਿੰਨੇ ਵੀ ਸੰਗਤ ਲੰਗਰ ਦੀ ਸੇਵਾ ਕਰਦੇ ਆ, ਅਸੀਂ ਪੂਰੀ ਪੌਣ ਛਾਣ ਕਰਦੇ। ਐਵੇਂ ਨਹੀਂ ਤੁਸੀਂ ਚੌਂਕੜਾ ਲਾ ਕੇ ਬੈਠਦੇ ਜੀ। ਮਾੜੀਆਂ ਰੋਟੀਆਂ ਖਾਧੀਆਂ ਹੋਣ ਤੇ ਫਿਰ ਉਂਗੇ ਸੂੰਗੇ ਹੀ ਚੱਲਦਾ ਜੀ, ਉਂਗੇ ਸੂੰਗੇ ਚੱਲਦਾ ਜੀ। ਭੋਜਨ ਪ੍ਰਸ਼ਾਦਾ ਜਿਹੜਾ ਗੁਰਮੁਖਤਾਈ ਦਾ, ਨੇਕਤਾਈ ਦਾ ਚਾਹੀਦਾ। ਜੈਸਾ ਅੰਨ ਤੈਸਾ ਮਨ। ਸੱਚੇ ਪਾਤਸ਼ਾਹ ਮਿਹਰ ਕਰਨ ਹੁਣ ਪ੍ਰਸ਼ਾਦਾ ਤਿਆਰ ਜੇ ਤੇ ਮਾਲ ਪੂੜੇ ਬਣੇ ਸ਼ੁੱਧ ਦੇਸੀ ਘਿਓ ਦੇ ਜੀ। ਅਸੀਂ ਵਿੱਚ ਤੇਲ ਨਹੀਂ ਜੇ ਰਲਾਉਂਦੇ, ਹਾਂਜੀ ਬਿਲਕੁਲ ਸ਼ੁੱਧ ਘਰ ਦਾ ਬਣਿਆ ਦੇਸੀ ਘਿਓ ਵਰਤਨੇ, ਦੁਕਾਨ ਦਾ ਨਹੀਂ ਜੇ ਵਰਤਦੇ ਜੀ। ਘਰ ਦਾ ਬਣਿਆ, ਜਿੱਥੇ ਸਾਨੂੰ ਇਤਬਾਰ ਹੈ ਵੀ ਇਹ ਬਿਲਕੁਲ ਸਹੀ ਬਣਾਉਂਦੇ ਆ ਜੀ। ਤੇ ਬੜੇ ਪ੍ਰੇਮ ਨਾਲ ਬਾਣੀ ਪੜ੍ਹ ਕੇ ਲੰਗਰ ਤਿਆਰ ਕਰਨ ਦੀ ਖੁਸ਼ੀ ਵਿੱਚ ਸਾਰਾ ਦਿਨ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਜੇ, ਸਾਰਾ ਦਿਨ ਜੀ। ਨਾਲੇ ਬੀਬੀਆਂ ਪ੍ਰਸ਼ਾਦਾ ਤਿਆਰ ਕਰਦੀਆਂ ਤੇ ਨਾਲੇ ਸਾਰਾ ਦਿਨ ਬੀਬੀਆਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੀਆਂ ਜੀ। ਤੇ ਅਰਦਾਸ ਬੇਨਤੀ ਹੁੰਦੀ ਰਹਿੰਦੀ ਆ, ਸੱਚੇ ਪਾਤਸ਼ਾਹ ਮਿਹਰ ਕਰੋ, ਆਪ ਜੀ ਦੀ ਸੰਗਤ ਨੇ ਆਉਣਾ ਤੇ ਭੋਜਨ ਪ੍ਰਸ਼ਾਦਾ ਲੰਗਰ ਸੋਹਣਾ ਬਣੇ, ਚੰਗਾ ਬਣੇ। ਸੋ ਹੁਣ ਬੇਨਤੀ ਬੀਬੀਆਂ ਨੂੰ ਕਿ ਤੁਸੀਂ ਹੁਣ ਸਾਰੇ ਜਣੇ ਲੰਗਰ ਵਿੱਚ ਚਲੋ, ਪ੍ਰਸ਼ਾਦਾ ਛਕੋ। ਇਹ ਸਿੰਘਾਂ ਨੂੰ ਬੇਨਤੀ ਆ ਕਿ 10-15 ਮਿੰਟ ਲੱਗਣੇ, ਤੁਸੀਂ ਉਹਨਾਂ ਚਿਰ ਕੀਰਤਨ ਸੁਣੋ। ਭਾਈ ਦਵਿੰਦਰ ਸਿੰਘ ਜੀ ਨਿਰਮਾਨ ਜੀ ਕੀਰਤਨ ਆਰੰਭ ਕਰਨਗੇ। ਥੋੜ੍ਹਾ ਸਮਾਂ ਸਾਰੀਆਂ ਸੰਗਤਾਂ ਨੂੰ, ਜਗਦੀਸ਼ ਕੌਰ ਜੀ ਚਲੋ ਲੰਗਰ ਵਰਤਾਓ, ਪ੍ਰਸ਼ਾਦਾ ਸੰਗਤਾਂ ਛਕੋ ਪ੍ਰੇਮ ਦੇ ਨਾਲ। ਜੀ ਆਇਆਂ ਨੂੰ। ਤੇ ਸਿੰਘਾਂ ਨੂੰ ਬੇਨਤੀ ਵੀ ਤੁਸੀਂ ਪਿਆਰਿਓ ਬੈਠੇ ਰਹੋ, ਆਪਾਂ ਗੜਬੜ ਨਹੀਂ ਕਰਨੀ। ਤੇ ਪਹਿਲਾਂ ਬੀਬੀਆਂ ਸੁਣ ਲੈਣ, ਸ਼ਾਂਤੀ ਨਾਲ ਛਕ ਲੈਣ, ਫਿਰ ਤੁਸੀਂ ਸਾਰੇ ਜਣੇ ਛਕਿਓ। ਗੁਰੂ ਮਹਾਰਾਜ ਮਿਹਰ ਕਰਨ। ਜੀ ਆਇਆਂ ਨੂੰ। ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਿਆ ਦਿੱਤੀ, ਫੇਰ ਸੁਣ ਲਓ ਧਿਆਨ ਨਾਲ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਜੇ ਖੁਸ਼ ਰਹਿਣਾ ਚਾਹੁੰਦੇ ਜੇ, ਪ੍ਰਸੰਨ ਰਹਿਣਾ ਚਾਹੁੰਦੇ ਜੇ, ਆਨੰਦ ਮਾਣਨਾ ਚਾਹੁੰਦੇ ਜੇ, ਤੇ ਫਿਰ ਨਿਮਰਤਾ ਧਾਰਨ ਕਰੋ, ਚਿੱਤ ਨੂੰ ਕੋਮਲ ਕਰੋ, ਆਪਣੇ ਗੁਰੂ ਜੀ ਨਾਲ ਰੱਜ ਕੇ ਪਿਆਰ ਕਰੋ, ਸੱਚੇ ਪਾਤਸ਼ਾਹ ਮਹਾਰਾਜ ਨਾਲ। ਤੇ ਮਨ ਤਨ ਵਿੱਚ ਪ੍ਰੇਮ ਵਸੇਗਾ ਪੱਕਾ, ਤੇ ਨਾਮ ਦਾ ਬਣ ਜਾਏਗਾ ਆਧਾਰ, ਤੇ ਮਾਇਆ ਦੇ ਛਲ ਛਿਦਰ ਤੋਂ ਬਚਾਅ ਹੁੰਦਾ ਰਹੇਗਾ। ਜੀ ਆਇਆਂ ਨੂੰ। ਸੱਚੇ ਪਾਤਸ਼ਾਹ ਆਇਆ ਸਫਲਾ ਕਰਨ ਜੀ। ਭੁੱਲਾਂ ਦੀ ਮਾਫੀ ਦਿਓ, ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰਾਂ ਕਰਨ, ਬਖਸ਼ਿਸ਼ ਕਰਨ, ਗੁਰੂ ਦੀ ਜੋੜੀ ਰੱਖਣ ਸੱਚੇ ਪਾਤਸ਼ਾਹ ਮਹਾਰਾਜ। ਭਾਈ ਇੰਦਰਜੀਤ ਸਿੰਘ ਨੂੰ ਸੱਚੇ ਪਾਤਸ਼ਾਹ ਬਾਣੀ ਦਾ, ਸਤਸੰਗ ਦਾ, ਕੀਰਤਨ ਦਾ ਹੋਰ ਪਿਆਰ ਬਖਸ਼ਿਸ਼ ਕਰਨ। ਬੜੀ ਉਹਨਾਂ ਦੀ ਇੱਛਾ, ਕਹਿੰਦੇ ਸਾਡੇ ਪਿੰਡ ਚੌਥੇ ਪਾਤਸ਼ਾਹ ਦੇ ਅਵਤਾਰ ਗੁਰਪੁਰਬ ਜ਼ਰੂਰ ਮਨਾਓ। ਕਹਿੰਦੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਲ ਬਖਸ਼ਿਆ, ਸਮਾਂ ਬਖਸ਼ਿਆ। ਤੇ ਉਹਨਾਂ ਦੀ ਜਿਹੜੀ ਸ਼ਰਧਾ ਉਸ ਅਨੁਸਾਰ ਸੱਚੇ ਪਾਤਸ਼ਾਹ ਸੇਵਾ ਲੈ ਲੈਣਗੇ। ਜੀ ਆਇਆਂ ਨੂੰ ਸਾਰਿਆਂ ਨੂੰ ਹੀ ਸਤਿਗੁਰੂ ਤੁਹਾਡਾ ਆਇਆ ਸਫਲਾ ਕਰਨ, ਪ੍ਰੇਮ ਬਖਸ਼ਣ, ਉਦਮ ਕਰਿਆ ਕਰੋ। ਥੋੜ੍ਹਾ ਜਿਹਾ ਹੋਰ ਘੜੀ ਪਹਿਲਾਂ ਆ ਗਏ। ਬੜਾ ਸੁੰਦਰ ਕੀਰਤਨ ਕਰਨ ਵਾਲੇ ਜਥੇ ਕੀਰਤਨ ਕਰਦੇ ਨੇ, ਕੀਰਤਨ ਸੁਣਿਆ ਕਰੋ, ਇਹੀ ਜ਼ਿੰਦਗੀ ਦਾ ਲਾਭ ਹੈ। ਜੀ ਆਇਆਂ ਨੂੰ। ਹੁਣ ਭਾਈ ਦਵਿੰਦਰ ਸਿੰਘ ਜੀ ਨਿਰਮਾਨ ਜੀ ਕੀਰਤਨ ਕਰਨਗੇ, ਸਰਵਣ ਕਰੋ। ਫਿਰ ਵਾਰੀ ਗਿਆਨੀ ਵਿਸ਼ਾਲ ਸਿੰਘ ਜੀ ਬੜੇ ਸਿਆਣੇ ਨੇ, ਉਹ ਸਾਰਿਆਂ ਨੂੰ ਟਾਈਮ ਦੇਣਗੇ। ਭੁੱਲਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।